TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਓ ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ। ਲੀਬੀਆ ਦੇ ਤੱਟ ਨੇੜੇ ਸਮੁੰਦਰ ਵਿੱਚ ਡੁੱਬੀ ਕਿਸ਼ਤੀ, 36 ਵਰ੍ਹਿਆਂ ਬਾਅਦ ਵਿਛੜੀਆਂ ਮਿਲੀਆਂ ਦੋ ਜੁੜਵਾਂ ਭੈਣਾਂ। ਕੇਜਰੀਵਾਲ ਤੇ ਮੋਦੀ ਮੀਟਿੰਗ ਨੂੰ ਲਾਈਵ ਕਾਰਨ ਕਰਕੇ ਭੜਕੇ। ਸਪੇਨ ਵਿੱਚ ਇੱਕ ਨੌਜਵਾਨ ਨੇ ਆਪਣੀ ਮਾਂ ਦਾ ਕਤਲ ਕਰਕੇ ਆਪ ਅਤੇ ਆਪਣੇ ਕੁੱਤੇ ਨੂੰ ਖਵਾਇਆ ਉਸਦਾ ਮਾਸ। ਅਮਰੀਕਾ ਵਿੱਚ ਨੋ ਬੈਨ ਬਿੱਲ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਕੀਤਾ ਪਾਸ। ਲਾਲ ਕਿਲਾ ਮਾਮਲੇ ਵਿੱਚ ਇਕਬਾਲ ਸਿੰਘ ਦੀ ਜ਼ਮਾਨਤ ਮਨਜ਼ੂਰ। ਕੋਟਕਪੂਰਾ ਗੋਲੀकांड ਵਿੱਚ ਹਾਈ ਕੋਰਟ ਨੇ ਆਪਣਾ ਫੈਸਲਾ ਜਾਰੀ ਕੀਤਾ। ਪੰਜਾਬ ਸਰਕਾਰ ਨੂੰ ਦਿੱਤਾ ਕਰਾਰਾ ਝਟਕਾ। ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਰਿਪੋਰਟ ਤੇ ਕੀਤੀਆਂ ਨਾਲ ਸਖਤ ਟਿੱਪਣੀਆਂ, ਕਿਹਾ ਰਿਪੋਰਟ ਪੱਖਪਾਤੀ ਅਤੇ ਕਾਲਪਨਿਕ। ਕੁੰਵਰ ਵਿਜੇ ਪ੍ਰਤਾਪ ਨੂੰ ਵਕੀਲ ਵਜੋਂ ਪ੍ਰੈਕਟਿਸ ਕਰਨ ਲਈ ਮਿਲਿਆ ਲਾਇਸੈਂਸ। ਅਤੇ ਸਿੰਘੂ ਸਰਹੱਦ ਤੋਂ ਪਰਤੇ ਇੱਕ ਕਿਸਾਨ ਦੀ ਹੋਈ ਮੌਤ। ਦੋਸਤੋ, ਆਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਟਿੱਪਣੀਆਂ ਕਰਾਂਗੇ, ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਜਾਏਗੀ। ਤੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੇ ਨਾਲ ਇੱਕ ਲੱਗਦੇ ਹੱਥੀ ਹੋਰ ਬੇਨਤੀ ਹੈ, ਅੱਜ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਇੱਕ ਨੌਜਵਾਨ ਦੀ ਵੀਡੀਓ, ਜਿਹੜਾ ਮੋਗੇ ਜ਼ਿਲ੍ਹੇ ਦਾ ਨੌਜਵਾਨ ਹੈ, ਨਾ ਉਹਦਾ ਅਰਸ਼ ਗਿੱਲ, ਫੈਸਲਾ ਉਸਨੇ ਕੀਤਾ ਕਿ ਲੋਕਾਂ ਨੂੰ ਜਗਾਉਣ ਦੇ ਵਾਸਤੇ ਸਮੁੱਚੇ ਪੰਜਾਬ ਦੇ ਇਕੱਲੇ ਪਿੰਡ ਦੇ ਵਿੱਚ ਮੈਂ ਹੋਕਾ ਦੇਣਾ ਹੈ ਕਿ ਵੋਟ ਸੋਚ ਸਮਝ ਕੇ ਪਾਉਣੀ ਹੈ। ਸਾਈਕਲ ਤੇ ਨਿਕਲਿਆ, 358 ਪਿੰਡਾਂ ਦਾ ਦੌਰਾ ਕਰ ਚੁੱਕਿਆ ਹੈ। ਬਾਕੀ ਕਹਿੰਦਾ ਇਕੱਲੇ ਪਿੰਡ ਜਾਣਾ, ਮੈਂ ਆਪਣਾ ਫਰਜ਼ ਅਦਾ ਕਰਨਾ ਤੇ ਹੁਣ ਫਰਜ਼ ਤੁਹਾਡਾ ਹੈ। ਆਪਣੇ ਇਸ ਚੈਨਲ ਤੇ ਉਹਦੀ ਵੀਡੀਓ ਪਈ ਹੈ। ਹੋ ਸਕਦਾ ਕਿ ਤੁਸੀਂ ਸਾਈਕਲ ਲੈ ਕੇ ਪਿੰਡ ਨਾ ਤੁਰ ਫਿਰ ਸਕੋ, ਪਰ ਉਹ ਵੀਡੀਓ ਅੱਗੇ ਸ਼ੇਅਰ ਕਰਕੇ ਆਪਣਾ ਫਰਜ਼ ਤੁਸੀਂ ਅਦਾ ਕਰ ਸਕਦੇ ਹੋ। ਭਗਤ ਸਿੰਘ ਸਾਡੇ ਵਿੱਚੋਂ ਪੈਦਾ ਹੋਏ ਸਨ। ਊਧਮ ਸਿੰਘ, ਰਾਜਗੁਰੂ, ਸੁਖਦੇਵ ਸਾਡੇ ਵਿੱਚੋਂ ਪੈਦਾ ਹੋਏ ਸਨ। ਸੋ ਆਪੋ ਆਪਣਾ ਫਰਜ਼ ਸਮਝੀਏ। ਜੇ ਪਿੰਡ ਨਹੀਂ ਜਾ ਸਕਦੇ, ਮੈਂ ਪ੍ਰੋਗਰਾਮ ਵਿੱਚ ਉਸ ਵਕਤ ਵੀ ਟਿੱਪਣੀ ਕੀਤੀ ਸੀ ਕਿ ਜੇਕਰ 358 ਪਿੰਡਾਂ ਦੇ ਵਿੱਚੋਂ ਨੌਜਵਾਨ ਹੁਣ ਤੱਕ ਜਾ ਚੁੱਕੇ ਹੈ, ਤਾਂ ਜੇਕਰ ਬਹੁਤੇ ਨਹੀਂ ਤਾਂ ਇੱਕ ਪਿੰਡ ਵਿੱਚੋਂ ਇੱਕ ਨੌਜਵਾਨ ਤਾਂ ਹੁਣ ਨੂੰ ਤੁਰਨਾ ਚਾਹੀਦਾ ਸੀ। 358 ਤਾਂ ਹੁਣ ਪੰਜਾਬ ਦੇ ਵੱਖੋ-ਵੱਖ ਪਿੰਡਾਂ ਵਿੱਚ ਤੁਰੇ ਫਿਰ ਰਹੇ ਹੁੰਦੇ, ਪਰ ਅਸੀਂ ਗੱਲ ਸੁਣਦੇ ਹਾਂ, ਇੱਧਰੋਂ ਸੁਣਦੇ ਆ ਤੇ ਇੱਧਰ ਦੀ ਕੱਢਦੇ ਆ ਤੇ ਕਈਆਂ ਨੇ ਤਾਂ ਉਹਨੂੰ ਸੁਣਿਆ ਵੀ ਨਹੀਂ ਹੋਣਾ। ਸੋ ਜੇਕਰ ਇਹ ਗੱਲ ਚੰਗੀ ਲੱਗੀ, ਉਸ ਨੌਜਵਾਨ ਦੀ ਪਹਿਲ ਕਦਮੀ ਚੰਗੀ ਲੱਗੀ, ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਸ ਤਰ੍ਹਾਂ ਦੇ ਹੋਰ ਨੌਜਵਾਨ ਇਕੱਠੇ ਹੋਣ ਤੇ ਇਹ ਕਾਫਲਾ ਬਣੇ। ਤੇ ਆਓ ਹੁਣ ਤਾਜ਼ਾ ਖਬਰਾਂ ਵੱਲ ਵਧੀਏ। ਲੀਬੀਆ ਵਾਲੇ ਪਾਸੋਂ ਖਬਰ ਮਿਲੀ ਹੈ ਕਿ ਲੀਬੀਆ ਦੇ ਤੱਟ ਨੇੜੇ ਭੂਮੱਧ ਸਾਗਰ ਦੇ ਵਿੱਚ ਇੱਕ ਕਿਸ਼ਤੀ ਡੁੱਬੀ ਹੈ। ਹੁਣ ਤੱਕ ਖਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਕਿ 100 ਤੋਂ ਵੱਧ ਪ੍ਰਵਾਸੀਆਂ ਦੀ ਸ਼ਾਇਦ ਮੌਤ ਹੋ ਗਈ ਹੋਵੇ ਅਤੇ ਇਹ ਪ੍ਰਵਾਸੀ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਕ ਗੈਰ ਸਰਕਾਰੀ ਸੰਗਠਨ ਹੈ SOS ਮੈਡੀਟੇਰੇਨੀ, ਉਹਨਾਂ ਨੇ ਕਿਹਾ ਕਿ ਦੇਰ ਰਾਤ ਇੱਕ ਰਬੜ ਦੀ ਕਿਸ਼ਤੀ ਦਾ ਮਲਬਾ ਉਹਨਾਂ ਨੂੰ ਸਮੁੰਦਰ ਦੇ ਵਿੱਚੋਂ ਮਿਲਿਆ। ਉਸ ਵਕਤ ਇਹ ਜਾਣਕਾਰੀ ਮਿਲੀ ਸੀ ਕਿ ਕਿਸ਼ਤੀ ਦੇ ਵਿੱਚ 130 ਲੋਕ ਸਵਾਰ ਸਨ। ਇਸ ਸੰਗਠਨ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਕਿਸੇ ਬੰਦੇ ਨੂੰ ਜਿਉਂਦਾ ਲੱਭਿਆ ਜਾ ਸਕੇ, ਪਰ ਕਹਿੰਦੇ ਸਾਨੂੰ ਕੋਈ ਵਿਅਕਤੀ ਜਿਉਂਦਾ ਨਹੀਂ ਲੱਭਿਆ। ਮਲਬੇ ਦੇ ਕੋਲੋਂ ਘੱਟੋ ਘੱਟ ਕਹਿੰਦੇ 10 ਲਾਸ਼ਾਂ ਜ਼ਰੂਰ ਬਰਾਮਦ ਹੋ ਗਈਆਂ ਨੇ। ਬਿਆਨ ਦੇ ਵਿੱਚ ਉਹਨਾਂ ਕਿਹਾ ਕਿ ਸਾਨੂੰ ਕਾਫੀ ਦੁੱਖ ਹੈ, ਉਹਨਾਂ ਪਰਿਵਾਰਾਂ ਦਾ ਦਰਦ ਅਸੀਂ ਸਮਝ ਸਕਦੇ ਹਾਂ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਦੇ ਵਿੱਚ ਗਵਾ ਲਿਆ। ਦੱਸਣਾ ਬਣਦਾ ਕਿ ਇਸ ਸੰਗਠਨ ਨੇ ਦੱਸਿਆ ਸੀ ਕਿ ਇਸੇ ਸਾਲ ਹੁਣ ਤੱਕ ਇਸੇ ਤਰ੍ਹਾਂ ਕਿਸ਼ਤੀਆਂ ਡੁੱਬਣ ਦੇ ਕਾਰਨ 350 ਲੋਕਾਂ ਦੀ ਸਮੁੰਦਰ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਚੁੱਕੀ ਹੈ। ਪਰ ਇਹ ਵਰਤਾਰਾ ਹਾਲੇ ਵੀ ਜਾਰੀ ਹੈ। ਮਰਦੇ ਲੋਕ ਕੀ ਨਹੀਂ ਕਰਦੇ, ਇੱਧਰੋਂ ਉੱਧਰ ਤੇ ਉੱਧਰੋਂ ਉੱਧਰ ਗੈਰ ਕਾਨੂੰਨੀ ਤਰੀਕੇ ਨਾਲ ਲੋਕ ਜਾਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਦੇ ਹੈ। ਸੋ ਜਿਹੜੀਆਂ ਇਹ ਮੌਤਾਂ ਹੋਈਆਂ ਨੇ, ਇਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕੀਤੀ ਜਾ ਸਕਦੀ ਹੈ। ਤੁਹਾਨੂੰ ਤਾਕੀਦ, ਤੁਹਾਨੂੰ ਅਪੀਲ ਕਿ ਆਪਣੇ ਨੌਜਵਾਨ ਪੁੱਤਾਂ ਧੀਆਂ ਨੂੰ ਪ੍ਰਵਾਸੀ ਬਣਾਉਣ ਦੇ ਵਾਸਤੇ, ਵਿਦੇਸ਼ਾਂ ਵਿੱਚ ਭੇਜਣ ਦੇ ਵਾਸਤੇ 2 ਨੰਬਰ ਦੇ ਸਹਾਰੇ ਨਾ ਲਏ ਜਾਣ। ਕਈ ਵਾਰੀ ਰਸਤੇ 'ਚ ਡੁੱਬਦੇ ਆ, ਜੇ ਪਹੁੰਚ ਜਾਣ ਤਾਂ ਵਕੀਲਾਂ ਦੀਆਂ ਜੇਬਾਂ ਭਰਨ ਜੋਗੇ ਰਹਿ ਜਾਂਦੇ ਆ। ਤੇ ਅਗਲੀ ਖਬਰ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਹੈ।
36 ਵਰਿਆਂ ਤੋਂ ਬਾਅਦ ਜੁੜਵਾ ਭੈਣਾਂ ਮਿਲ ਗਈਆਂ। ਹੋ ਸਕਦਾ ਕਿ ਤੁਹਾਨੂੰ ਖਬਰ ਇਹ ਕਿਸੇ ਫਿਲਮ ਵਰਗੀ ਲੱਗੇ, ਪਰ ਫਿਲਮ ਨਹੀਂ, ਅਸਲੀਅਤ ਹੈ। ਮੌਲੀ ਸਿਨਰਟ ਅਤੇ ਐਮਲੀ ਬੁਸ਼ਨੇਲ ਦੀ ਜ਼ਿੰਦਗੀ ਦੇ ਵਿੱਚ ਇਹ ਸੱਚੀ ਘਟਨਾ ਵਾਪਰ ਗਈ ਹੈ। 1985 ਦੇ ਵਿੱਚ ਦੱਖਣੀ ਕੋਰੀਆ ਦੇ ਵਿੱਚ ਪੈਦਾ ਹੋਈਆਂ ਦੋ ਭੈਣਾਂ ਜੁੜਵੀਆਂ, ਪਰ ਦੋਵਾਂ ਭੈਣਾਂ ਨੂੰ ਵੱਖੋ-ਵੱਖ ਜਿਊਸ਼ ਪਰਿਵਾਰਾਂ ਨੇ ਗੋਦ ਵਿੱਚ ਲੈ ਲਿਆ। ਉਹਨਾਂ ਦੀਆਂ ਜ਼ਿੰਦਗੀਆਂ ਵੱਖਰੀਆਂ ਹੋ ਗਈਆਂ, ਇੱਕ ਦੂਸਰੇ ਤੋਂ ਵੱਖਰੀਆਂ ਹੋ ਗਈਆਂ। ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਇੱਕ ਕਿੱਥੇ ਹੈ ਤੇ ਦੂਸਰੀ ਕਿੱਥੇ। ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੀ ਕੋਈ ਜੁੜਵਾ ਭੈਣ ਹੋਰ ਹੈ ਵੀ ਜਾਂ ਨਹੀਂ। ਹੁਣ ਲਗਭਗ 36 ਵਰਿਆਂ ਤੋਂ ਬਾਅਦ ਦੋਵਾਂ ਨੂੰ ਇੱਕ ਦੂਸਰੇ ਨਾਲ ਮਿਲਦਿਆਂ ਜਦੋਂ ਵੇਖਿਆ ਤੇ ਲੋਕਾਂ ਦੀਆਂ ਅੱਖਾਂ ਵਿੱਚ ਵੀ ਅਥਰੂ ਤੇ ਦੋਵਾਂ ਭੈਣਾਂ ਦੀਆਂ ਅੱਖਾਂ ਵਿੱਚ ਵੀ ਅਥਰੂ। ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅਸਲ ਦੇ ਵਿੱਚ ਇਹਨਾਂ ਵਿੱਚੋਂ ਇੱਕ ਮੁਟਿਆਰ ਨੇ ਆਪਣੀ ਧੀ ਦੇ ਕਹਿਣ ਤੇ DNA ਟੈਸਟ ਕਰਵਾਇਆ ਅਤੇ ਉਸ DNA ਟੈਸਟ ਨੇ 36 ਵਰਿਆਂ ਤੋਂ ਵਿਛੜੀਆਂ ਦੋਵਾਂ ਭੈਣਾਂ ਨੂੰ ਅਮਰੀਕਾ ਦੇ ਵਿੱਚ ਮਿਲਾ ਦਿੱਤਾ, ਕਿਉਂਕਿ ਇਹ ਅਮਰੀਕੀ ਪਰਿਵਾਰਾਂ ਨੇ ਗੋਦ ਵਿੱਚ ਲਈਆਂ ਸੀ। ਮੌਲੀ ਫਲੋਰੀਡਾ ਵਿੱਚ ਰਹਿੰਦੀ ਹੈ ਅਤੇ ਐਮਲੀ ਪੈਨਸਿਲਵੇਨੀਆ ਦੇ ਵਿੱਚ। ਉਹਨਾਂ ਦੀਆਂ ਜ਼ਿੰਦਗੀਆਂ ਵੀ ਵੱਖੋ ਵੱਖਰੀਆਂ, ਪਰ ਐਮਲੀ ਨੂੰ ਉਸਦੀ 11 ਵਰਿਆਂ ਦੀ ਧੀ ਇਜ਼ਾਬੇਲ ਨੂੰ ਆਪਣੀ ਮਾਂ ਦੇ ਪਰਿਵਾਰ ਸੰਬੰਧੀ ਜਾਣਨ ਦੀ ਉਤਸੁਕਤਾ ਹੋਈ ਕਿ ਜਾਣਾ ਤਾਂ ਸਹੀ ਮੇਰੀ ਮਾਂ ਅਸਲ ਆਈ ਕਿੱਥੋਂ, ਜੰਮੀ ਕਿੱਥੇ, ਕੋਈ ਇਹਦੇ ਹੋਰ ਸਿਬਲਿੰਗ ਵੀ ਸੀ, ਭੈਣ ਭਰਾ ਸੀ ਜਾਂ ਨਹੀਂ। ਇਜ਼ਾਬੇਲ ਨੇ ਗੁੱਡ ਮਾਰਨਿੰਗ ਅਮਰੀਕਾ ਸ਼ੋਅ ਦੇ ਵਿੱਚ ਦੱਸਿਆ ਕਿ ਉਹ DNA ਟੈਸਟ ਕਰਵਾਉਣਾ ਚਾਹੁੰਦੀ ਹੈ, ਕਿਉਂਕਿ ਉਸਦੀ ਮਾਂ ਜਿਹੜੀ ਗੋਦ ਰਹੀ ਸੀ ਕਿਸੇ ਨੇ ਪਤਾ ਤਾਂ ਲੱਗੇ ਉਹਦਾ ਪਰਿਵਾਰ ਹੋਰ ਹੈ ਕੌਣ-ਕੌਣ ਸੀ। ਉੱਥੇ ਮੌਲੀ ਖੁਦ ਵੀ DNA ਟੈਸਟ ਕਰਵਾਉਣਾ ਹੀ ਚਾਹੁੰਦੀ ਸੀ। ਮੌਲੀ ਨੇ ਦੱਸਿਆ ਕਿ ਉਹਨਾਂ ਨੂੰ 49.96% DNA ਮੈਚ ਹੋ ਗਿਆ। ਇਜ਼ਾਬੇਲ ਨੂੰ ਸਮਝ ਆ ਗਿਆ ਕਿ ਉਹ ਉਸਦੀ ਜੁੜਵਾ ਭੈਣ ਦੀ ਧੀ ਹੈ। ਮੌਲੀ ਅਤੇ ਐਮਲੀ ਨੇ ਇੱਕ ਦੂਸਰੇ ਨਾਲ ਗੱਲਬਾਤ ਕੀਤੀ, ਫਿਰ ਇੱਕ ਦੂਸਰੀ ਨਾਲ ਮਿਲਣ ਦਾ ਫੈਸਲਾ ਕੀਤਾ। ਐਮਲੀ ਦਾ ਆਖਣਾ ਸੀ ਕਿ ਉਹ ਪਹਿਲਾਂ DNA ਟੈਸਟ ਕਰਵਾਉਣਾ ਨਹੀਂ ਸੀ ਚਾਹੁੰਦੀ, ਪਰ ਜਦ ਉਸ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਇੱਕ ਜੁੜਵਾ ਭੈਣ ਸੀ ਤਾਂ ਉਹ ਕਾਫੀ ਇਸ ਗੱਲ ਨੂੰ ਲੈ ਕੇ ਉਹਨੇ ਸੋਚਿਆ ਕਿ ਨਹੀਂ, ਇਸ ਕੰਮ ਨੂੰ ਮੈਂ ਕਰਨਾ ਹੈ। ਇਤਫਾਕ ਨਾਲ ਦੋਵਾਂ ਭੈਣਾਂ ਨੇ ਆਪਣੇ ਬਰਥਡੇ ਦੇ ਉੱਤੇ ਇੱਕੋ ਹੀ ਤਰ੍ਹਾਂ ਦੀ ਡਰੈਸ ਪਾਈ, ਹੇਅਰ ਸਟਾਈਲ ਵੀ ਇੱਕੋ ਜਿਹਾ ਕੀਤਾ ਤੇ ਗਲ ਦੇ ਵਿੱਚ ਜਿਹੜਾ ਹਾਰ ਪਾਇਆ ਹੋਇਆ ਸੀ, ਗਹਿਣੇ ਪਾਏ ਸੀ, ਉਹ ਵੀ ਇੱਕੋ ਜਿਹੇ ਸੀ। ਦੋਵਾਂ ਨੂੰ ਹੁਣ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਕਿ ਉਹ ਇੰਨੀ ਦੂਰ ਜੰਮੀਆਂ ਤੇ ਇੱਕੋ ਹੀ ਮੁਲਕ ਵਿੱਚ ਗੋਦ ਲੈ ਕੇ ਆ ਗਈਆਂ, ਪਰ ਇੱਕ ਦੂਸਰੇ ਬਾਰੇ ਨਹੀਂ ਸੀ ਜਾਣ ਸਕਦੀਆਂ ਜੇਕਰ ਉਹਨਾਂ ਦੀ ਔਲਾਦ ਇਸ ਗੱਲ ਵਾਸਤੇ ਉਹਨਾਂ ਨੂੰ ਪ੍ਰੇਰਿਤ ਨਾ ਕਰਦੀ। ਹੁਣ ਕਈ ਵਾਰੀ ਕੰਧੋਲੇ ਪ੍ਰਦੇਸ਼ ਹੁੰਦਾ, ਉਹਨਾਂ ਨੂੰ ਪਤਾ ਨਹੀਂ ਸੀ ਕਿ ਦੋਵੇਂ ਅਮਰੀਕਾ ਦੇ ਵੱਖੋ-ਵੱਖ ਸੂਬਿਆਂ ਵਿੱਚ ਰਹਿੰਦੀਆਂ ਨੇ, ਪਰ ਕਿੱਥੇ ਕੌਣ ਰਹਿੰਦਾ ਤੇ ਕਿਹੜੀ ਉਹਦੀ ਭੈਣ ਹੈ। ਪਰ ਹੁਣ ਉਹ ਕਹਿੰਦੀ ਜ਼ਿੰਦਗੀ ਪਰ ਅਸੀਂ ਵਿਛੜਾਂਗੀਆਂ ਨਹੀਂ। ਸੋ ਅਗਲੀ ਖਬਰ ਹੈ, ਕਿਉਂਕਿ ਮੈਂ ਪਹਿਲਾਂ ਰਿਸ਼ਤੇ ਦੀ ਖਬਰ ਤੁਹਾਡੇ ਨਾਲ ਸੁਣਾਈ ਹੈ ਕਿ ਦੇਖੋ ਵਿਛੜੇ ਜਦੋਂ ਮਿਲਦੇ ਆ ਤੇ ਕਿਵੇਂ ਉਹਨਾਂ ਨੂੰ ਇੱਕ ਦੂਸਰੇ ਨੂੰ ਗਲਵੱਕੜੀ ਦੇ ਵਿੱਚੋਂ ਛੱਡਣਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਵੀ ਜਦੋਂ ਪੰਜਾਬ ਤੋਂ ਕੈਨੇਡਾ ਵੱਲ ਨੂੰ ਆਉਣਾ ਹੁੰਦਾ, ਸਾਨੂੰ ਪਤਾ ਹੁੰਦਾ ਕਿ ਵਾਪਸ ਫਿਰ ਆਏ। ਸੱਚ ਜਾਣਿਓ, ਦਿੱਲੀ ਤੱਕ ਰੋਂਦੇ ਆਉਣੇ ਆ, ਇੱਥੇ ਆ ਕੇ ਕਈ ਮਹੀਨੇ ਚਿੱਤ ਨਹੀਂ ਲੱਗਦਾ। ਤੇ ਜਦੋਂ ਇੱਥੋਂ ਜਾਣਾ ਭਾਵੇਂ ਹੁਣ ਕੋਈ ਔਖਾ ਨਹੀਂ, ਪਰ ਆ ਕਰੋਨਾ ਕਾਲ ਕਰਕੇ ਹੁਣ ਮਜਬੂਰੀਆਂ ਨੇ, ਚਾਅ ਚੜਿਆ ਹੁੰਦਾ, ਪਰ ਇਹ ਪਤਾ ਹੁੰਦਾ ਹੈ ਕਿ ਆਪਣੇ ਹੀ ਨੇ, ਅਸੀਂ ਵਾਪਸ ਕਿਸੇ ਵੇਲੇ ਵੀ ਆ ਸਕਦੇ ਹਾਂ। ਪਰ ਜਿਹੜੇ ਵਿਛੜ ਗਏ ਸੀ ਉਹਨੂੰ ਤਾਂ ਪਤਾ ਹੀ ਕੋਈ ਨਹੀਂ ਸੀ। ਪਰ ਆ ਅਗਲੀ ਖਬਰ ਹੈ ਜਿਹੜੀ ਇਹ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੀ ਖਬਰ ਹੈ। ਲੋਕੀ ਕਹਿੰਦੇ ਹੈ ਕਿ ਮਾਂ ਦੇ ਦੁੱਧ ਦਾ ਕਰਜ਼ ਨਹੀਂ ਕੋਈ ਲਾ ਸਕਦਾ, ਭਾਵੇਂ ਪੁੱਤ ਕਿੱਡਾ ਵੱਡਾ ਹੀ, ਕੋਈ ਬਾਦਸ਼ਾਹ ਹੀ ਕਿਉਂ ਨਾ ਬਣ ਜਾਏ। ਪਰ ਸਪੇਨ ਦੇ ਵਿੱਚੋਂ ਖਬਰ ਮਿਲੀ ਆ, ਖਬਰ ਬਹੁਤ ਮਾੜੀ ਹੈ। ਆਪਣੀ ਮਾਂ ਜਿਸ ਨੇ ਆਪਣਾ ਸੀਰ, ਆਪਣਾ ਦੁੱਧ ਚੰਗਾਇਆ, ਆਂਦਰਾਂ ਦੀ ਅੱਗ, ਉਹਨੂੰ ਕਤਲ ਵੀ ਕੀਤਾ। 1000 ਟੁਕੜਾ ਕੀਤਾ ਮਾਂ ਦਾ। ਇਹ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਹੋਰ ਕਿਹੜਾ ਹੋ ਸਕਦਾ ਹੈ। ਪਹਿਲਾਂ ਕਤਲ ਕਰਦਾ ਮਾਂ ਦਾ, ਫਿਰ ਉਸ ਮਾਂ ਦੇ ਘੱਟੋ ਘੱਟ 1000 ਟੋਟੇ ਕਰਦਾ ਹੈ ਅਤੇ ਫਿਰ ਉਸ ਨੂੰ ਲੰਚ ਬਾਕਸ ਦੇ ਵਿੱਚ ਪਾ ਲੈਂਦਾ ਹੈ। ਸਿਰਫ ਆਪ ਹੀ ਨਹੀਂ ਖਾਂਦਾ, ਆਪਣੇ ਪੈਟ ਨੂੰ, ਭਾਵ ਆਪਣੇ ਕੁੱਤੇ ਨੂੰ ਵੀ ਖਵਾਉਂਦਾ ਹੈ। 28 ਵਰਿਆਂ ਦਾ ਇਹ ਨੌਜਵਾਨ, ਜਿਸ ਦਾ ਨਾਮ ਦੱਸਿਆ ਜਾ ਰਿਹਾ ਐਲਬਰਟੋ ਸੰਚੇਜ਼ ਗੋਮੇਜ਼, ਇੱਕ ਬੇਰੁਜ਼ਗਾਰ ਅੱਜ ਕੱਲ੍ਹ ਵੇਟਰ ਹੈ ਅਤੇ ਉਹ ਮੈਡਰਿਡ ਵਿੱਚ ਰਹਿੰਦਾ ਹੈ। ਸੰਚੇਜ਼ ਦੇ ਘਰ ਦੇ ਵਿੱਚ ਜਦੋਂ ਪੁਲਿਸ ਪਹੁੰਚੀ ਤਾਂ 68 ਵਰਿਆਂ ਦੀ ਉਸਦੀ ਮਾਂ ਮਾਰੀਆ ਗੋਮੇਜ਼ ਦੀ ਬੋਡੀ ਦੇ ਕੁਝ ਹਿੱਸੇ ਉਹਨਾਂ ਦੀ ਘਰ ਦੀ ਫਰਿੱਜ ਦੇ ਵਿੱਚੋਂ ਨਿਕਲੇ, ਕੁਝ ਪਲਾਸਟਿਕ ਬੈਗਾਂ ਦੇ ਵਿੱਚ ਪਾਏ ਹੋਏ ਸੀ। ਜਾਣਕਾਰੀ ਮੁਤਾਬਕ ਦੋਸ਼ ਸਾਬਤ ਹੋਣ ਤੇ ਉਸ ਨੂੰ 15 ਸਾਲ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਨੂੰ ਇਸ ਘਟਨਾ ਦੇ ਬਾਬਤ ਉਦੋਂ ਪਤਾ ਲੱਗਿਆ ਜਦੋਂ ਉਸਦੀ ਮਾਂ ਦੀ ਇੱਕ ਦੋਸਤ ਨੇ ਉਸਦੀ ਮਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਚਿੰਤਾ ਹੋਈ ਕਿ ਕਈਆਂ ਦਿਨਾਂ ਤੋਂ ਲੱਭੀ ਹੀ ਨਹੀਂ, ਪਤਾ ਨਹੀਂ ਕਿੱਥੇ ਚਲੀ ਗਈ। ਤੇ ਉਹਦੇ ਤੋਂ ਬਾਅਦ
ਪੁਲਿਸ ਨੇ ਆ ਕੇ ਘਰ ਦੀ ਤਲਾਸ਼ੀ ਲਈ, ਜਿੱਥੇ ਇਹ ਨੌਜਵਾਨ ਬਹੁਤ ਆਰਾਮ ਨਾਲ ਬੈਠਾ ਸੀ ਤੇ ਉਹਨੇ ਝਟਪਟ ਆਪਣਾ ਜੁਰਮ ਵੀ ਕਬੂਲ ਲਿਆ। ਜਦੋਂ ਪੁਲਿਸ ਉਹਨਾਂ ਦੇ ਘਰ ਪਹੁੰਚੀ ਤਾਂ ਉਹਨੇ ਦਰਵਾਜ਼ਾ ਖੋਲ੍ਹਿਆ। ਉਹਨੇ ਆਖਿਆ ਕਿ ਮੇਰੀ ਮਾਂ ਘਰ 'ਚ ਹੀ ਆ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਜਦੋਂ ਪੁੱਛਿਆ ਕਿ ਤੇਰੀ ਮਾਂ ਕਿੱਥੇ ਹੈ, ਉਹ ਕਹਿੰਦੇ ਹੈ ਕਿੱਥੇ? ਕਹਿੰਦਾ ਉਹ ਤਾਂ ਮਰ ਚੁੱਕੀ ਹੈ, ਪਰ ਹੈ ਘਰ 'ਚ। ਉਹ ਕਹਿੰਦਾ ਮੈਂ ਤੇ ਮੇਰੇ ਕੁੱਤੇ ਨੇ ਉਹਨੂੰ ਪੂਰੀ ਤਰ੍ਹਾਂ ਖਾ ਵੀ ਲਿਆ। ਪੁਲਿਸ ਵਾਲੇ ਸੋਚਦੇ ਸ਼ਾਇਦ ਇਹ ਝੂਠ ਬੋਲ ਰਿਹਾ ਹੈ, ਇਹ ਜਾਣ-ਬੁੱਝ ਕੇ ਸਾਨੂੰ ਗੁੰਮਰਾਹ ਕਰ ਰਿਹਾ ਜਾਂ ਮਜ਼ਾਕ ਕਰ ਰਿਹਾ ਹੈ। ਪਰ ਪੁਲਿਸ ਵਾਲਿਆਂ ਨੇ ਸੋਚਿਆ ਕਿ ਦੇਖੀਏ ਤਾਂ ਸਹੀ, ਸੱਚਮੁੱਚ ਘਰ 'ਚ ਹੀ ਆ। ਪੁਲਿਸ ਵਾਲਿਆਂ ਨਾਲ ਉਹਨੇ ਬਹਿਸ ਵੀ ਕੀਤੀ ਔਰ ਉਹਨੇ ਇਹ ਵੀ ਦੱਸ ਦਿੱਤਾ ਕਿ ਮੈਂ ਮਾਰ ਵੀ ਦਿੱਤੀ ਹੈ, ਮੈਂ ਤੇ ਮੇਰੇ ਕੁੱਤੇ ਨੂੰ ਖਾਧਾ ਵੀ ਹੈ। ਪੁਲਿਸ ਨੇ ਉਸਨੂੰ ਤੁਰੰਤ ਗ੍ਰਿਫਤਾਰ ਵੀ ਕੀਤਾ ਤੇ ਉਹ ਆਪਣੇ ਟ੍ਰਾਇਲ ਦੇ ਵਿੱਚ ਉਸਨੇ ਦੱਸਿਆ ਕਿ ਟੀਵੀ ਦੇਖਦੇ ਸਮੇਂ ਉਹਨੂੰ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਸੀ ਕਿ ਹੋਰ ਉਹਨੂੰ ਕੁਝ ਨਹੀਂ ਕਰਨਾ ਚਾਹੀਦਾ, ਆਪਣੀ ਮਾਂ ਮਾਰ ਦੇਣੀ ਚਾਹੀਦੀ ਹੈ। ਸੰਚੇਜ਼ ਨੇ ਮੈਡਰਿਡ ਪ੍ਰੋਵਿੰਸ਼ੀਅਲ ਅਦਾਲਤ ਵਿੱਚ ਦੱਸਿਆ ਕਿ ਇਹ ਆਵਾਜ਼ਾਂ ਉਹਨੂੰ ਕਦੇ-ਕਦੇ ਗੁਆਂਢੀਆਂ ਵਾਲੇ ਪਾਸਿਓਂ ਸੁਣਦੀਆਂ, ਕਦੇ-ਕਦੇ ਪੜ੍ਹਦੇ ਨੂੰ ਆਉਂਦੀਆਂ, ਕਦੇ-ਕਦੇ ਟੀਵੀ ਦੇਖਦੇ ਨੂੰ ਆਉਂਦੀਆਂ। ਉਹ ਕਹਿੰਦਾ ਪਰ ਮੈਨੂੰ ਇਹ ਯਾਦ ਨਹੀਂ ਮੈਂ ਆਪਣੀ ਮਾਂ ਨੂੰ ਕਿੰਨੀ ਕੁ ਦੇਰ ਪਹਿਲਾਂ ਮਾਰਿਆ ਸੀ, ਪਰ ਇਹ ਯਾਦ ਹੈ ਕਿ ਮੈਂ ਮਾਰੀ ਵੀ ਹੈ ਤੇ ਮੈਂ ਉਹਨੂੰ ਖਾਧਾ ਵੀ ਹੈ ਤੇ ਕੁੱਤੇ ਨੂੰ ਵੀ ਖਵਾਇਆ। ਜਦੋਂ ਹੁਣ ਇਸ ਤਰ੍ਹਾਂ ਦੇ ਕਿਸੇ ਨੌਜਵਾਨ ਦੇ ਅਜੀਬੋ-ਗਰੀਬ ਜੇ ਬਿਆਨ ਹੋਣ, ਫਿਰ ਪੁਲਿਸ ਕਹਿੰਦੀ ਇਹਦੀ ਮਾਨਸਿਕ ਸਥਿਤੀ ਦੀ ਜਾਂਚ ਕਰਵਾਈਏ ਕਿ ਕਿਤੇ ਮਨੋਰੋਗੀ ਤਾਂ ਨਹੀਂ, ਪਤਾ ਤਾਂ ਲੱਗੇ ਕਿਤੇ ਡਿਪਰੈਸ਼ਨ 'ਚ ਤਾਂ ਨਹੀਂ, ਕਿਸੇ ਮਾਨਸਿਕ ਬਿਮਾਰੀ ਤੋਂ ਇਹ ਪੀੜਤ ਤਾਂ ਨਹੀਂ। ਪਰ ਆਪਣੇ ਆਪ ਦੇ ਵਿੱਚ ਬੜੀ ਹੈਰਾਨੀਜਨਕ ਅਤੇ ਦਿਲ ਨੂੰ ਵਲੂੰਦਰਨ ਵਾਲੀ ਇਹ ਖਬਰ ਸੀ। ਤੇ ਅਗਲੀ ਖਬਰ ਸਾਡੇ ਗੁਆਂਢੀ ਮੁਲਕ ਅਮਰੀਕਾ ਵਾਲੇ ਪਾਸਿਓਂ ਹੈ। ਅਮਰੀਕਾ ਵਿੱਚ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਇੱਕ ਬਿੱਲ ਪਾਸ ਕਰ ਦਿੱਤਾ ਹੈ। ਇਸ ਦੇ ਵਿੱਚ ਪ੍ਰਬੰਧ ਇਹ ਹੈ ਕਿ ਹੁਣ ਕੋਈ ਵੀ ਅਮਰੀਕੀ ਰਾਸ਼ਟਰਪਤੀ ਕਿਸੇ ਧਰਮ ਨੂੰ ਆਧਾਰ ਬਣਾ ਕੇ ਟਰੈਵਲ ਬੈਨ ਨਹੀਂ ਲਾ ਸਕੇਗਾ। ਨਾਗਰਿਕ ਅਧਿਕਾਰ ਵਰਕਰਾਂ ਨੇ ਇਸ ਨੂੰ ਅੱਗੇ ਵੱਲ ਵਧਦਾ ਇੱਕ ਕਦਮ ਦੱਸਿਆ ਤੇ ਇਹਦਾ ਸਵਾਗਤ ਕੀਤਾ ਤੇ ਭਰਪੂਰ ਸਵਾਗਤ ਕੀਤਾ। ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਅਮਰੀਕੀ ਸੈਨੇਟ ਵਿੱਚ, ਪਰ ਕਾਨੂੰਨ ਬਣਨ ਤੋਂ ਪਹਿਲਾਂ ਅਮਰੀਕੀ ਸੈਨੇਟ ਦੇ ਵਿੱਚ ਇਹਦਾ ਪਾਸ ਹੋਣਾ ਲਾਜ਼ਮੀ ਹੈ। ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵੱਲੋਂ ਬੀਤੇ ਦਿਨੀ ਇਸ ਦੇ ਸਮਰਥਨ ਦੇ ਵਿੱਚ 218 ਅਤੇ ਵਿਰੋਧ ਵਿੱਚ 208 ਵੋਟ ਪਏ। ਬਿੱਲ ਨੂੰ ਰਸਮੀ ਤੌਰ ਤੇ ਨੋ ਬੈਨ ਐਕਟ ਦਾ ਨਾਮ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਈ ਮੁਸਲਿਮ ਮੁਲਕਾਂ ਦੇ ਉੱਤੇ, ਨਾਗਰਿਕਾਂ ਦੇ ਉੱਤੇ ਅਮਰੀਕੀ ਯਾਤਰਾ ਦੇ ਉੱਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਸੀ ਤੇ ਉਹਦਾ ਇਹ ਕਦਮ ਵਿਵਾਦਿਤ ਵੀ ਦੱਸਿਆ ਜਾਂਦਾ ਸੀ। ਅਮਰੀਕੀ ਸੈਨੇਟਰ ਨੇ ਕ੍ਰਿਸ ਕੂਨਸ, ਉਹਨਾਂ ਨੇ ਟਵੀਟ ਕਰਦੇ ਹੋਏ ਹਾਊਸ ਦੇ ਵਿੱਚ ਕਿਹਾ ਕਿ ਇਹ ਬਹੁਤ ਚੰਗਾ ਕਦਮ ਹੋਇਆ ਹੈ। ਇਸ ਟਵੀਟ ਵਿੱਚ ਕੂਨਸ ਨੇ ਇਹ ਵੀ ਲਿਖਿਆ ਕਿ ਜਦ ਤੋਂ ਮੁਸਲਿਮ ਬੈਨ ਪ੍ਰਭਾਵੀ ਹੋਇਆ ਸੀ ਉਦੋਂ ਤੋਂ ਉਹ ਅਤੇ ਕੈਲੀਫੋਰਨੀਆ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਜੂਡੀ ਚੂ, ਉਹਨਾਂ ਨੇ ਇਹ ਯਕੀਨੀ ਕਰਨ ਲਈ ਕੰਮ ਕੀਤਾ ਕਿ ਕੋਈ ਵੀ ਰਾਸ਼ਟਰਪਤੀ ਅੱਗੇ ਤੋਂ ਆ ਕੇ ਇਸ ਤਰ੍ਹਾਂ ਦੇ ਭੇਦ-ਭਾਵ ਵਾਲਾ ਕੋਈ ਬੈਨ ਲਾਗੂ ਨਾ ਕਰ ਸਕੇ, ਜਿਹੜਾ ਕਿ ਕਿਸੇ ਰੰਗ ਤੇ, ਜਿਹੜਾ ਕਿਸੇ ਨਸਲ ਤੇ, ਜਿਹੜਾ ਕਿਸੇ ਧਰਮ ਤੇ, ਜਿਹੜਾ ਕਿਸੇ ਡਰ ਤੇ ਆਧਾਰਿਤ ਹੋਵੇ। ਉਹ ਕਹਿੰਦੇ ਮੈਂ ਹੁਣ ਇਸ ਬਿੱਲ ਦੇ ਸੈਨੇਟ ਦੇ ਵਿੱਚ ਅੱਗੇ ਵਧਣ ਵੱਲ ਵੇਖ ਰਿਹਾ। ਦੱਸਣਾ ਬਣਦਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ ਸਾਲ 2017 ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਕੁਝ ਦੇਰ ਬਾਅਦ ਹੀ ਇਹ ਬੈਨ ਲਾ ਦਿੱਤਾ ਸੀ। ਉਹਦਾ ਵਿਆਪਕ ਵਿਰੋਧ ਵੀ ਹੋਇਆ ਸੀ। ਅਮਰੀਕੀ ਅਦਾਲਤਾਂ ਦੇ ਵਿੱਚ ਉਸ ਬੈਨ ਨੂੰ 2 ਵਾਰ ਖਾਰਜ ਵੀ ਕੀਤਾ ਗਿਆ ਸੀ, ਪਰ ਫਿਰ ਉਸ ਨੂੰ ਨੈਸ਼ਨਲ ਸਿਕਿਉਰਿਟੀ ਭਾਵ ਰਾਸ਼ਟਰੀ ਸੁਰੱਖਿਆ ਲਈ ਉਠਾਏ ਕਦਮ ਵਜੋਂ ਪੇਸ਼ ਕਰ ਦਿੱਤਾ ਗਿਆ ਤੇ ਆਖਰਕਾਰ ਅਮਰੀਕਾ ਦੀ ਸੁਪਰੀਮ ਕੋਰਟ ਨੇ ਸਾਲ 2018 ਵਿੱਚ ਉਸ ਨੂੰ ਕਾਨੂੰਨੀ ਦੱਸਿਆ ਸੀ। ਬੈਨ ਨੂੰ ਸ਼ੁਰੂ ਦੇ ਵਿੱਚ ਲੀਬੀਆ, ਵੈਨਜ਼ੂਏਲਾ, ਨਾਰਥ ਕੋਰੀਆ, ਸੋਮਾਲੀਆ, ਯਮਨ, ਈਰਾਨ, ਸੀਰੀਆ ਦੇ ਨਾਗਰਿਕਾਂ ਨੂੰ ਅਮਰੀਕਾ ਵਿੱਚ ਆਉਣ ਤੋਂ ਰੋਕਣ ਵਾਸਤੇ ਲਾਗੂ ਕੀਤਾ ਗਿਆ ਸੀ ਤੇ 2020 ਦੇ ਵਿੱਚ ਟਰੰਪ ਨੇ ਇਸ ਬੈਨ ਦੇ ਦਾਇਰੇ ਨੂੰ ਵਧਾ ਦਿੱਤਾ। ਮਿਆਂਮਾਰ, ਕਿਰਗਿਸਤਾਨ, ਨਾਈਜੀਰੀਆ, ਸੁਡਾਨ, ਤੰਜ਼ਾਨੀਆ ਆਦਿ ਮੁਲਕਾਂ ਨੂੰ ਵੀ ਸ਼ਾਮਲ ਕਰ ਦਿੱਤਾ ਸੀ। ਪਰ ਜੇਕਰ ਇਹ ਨੋ ਬੈਨ ਬਿੱਲ ਸੈਨੇਟ ਦੇ ਵਿੱਚ ਪਾਸ ਹੋ ਗਿਆ, ਕਾਨੂੰਨ ਦਾ ਰੁਤਬਾ ਪ੍ਰਾਪਤ ਕਰ ਗਿਆ, ਤਾਂ ਰਾਸ਼ਟਰਪਤੀ ਟਰੰਪ ਦੇ ਵਾਂਗ ਅਮਰੀਕਾ ਦੇ ਵਿੱਚ ਚੁਣੇ ਜਾਣ ਵਾਲਾ ਕੋਈ ਵੀ ਰਾਸ਼ਟਰਪਤੀ ਇਸ ਤਰ੍ਹਾਂ ਦਾ ਭੇਦ-ਭਾਵ ਵਾਲਾ ਕੋਈ ਬੈਨ ਮੁੜ ਕੇ ਨਹੀਂ ਲਾ ਸਕੇਗਾ। ਤੇ ਅਗਲੀ ਖਬਰ ਭਾਰਤ ਵਾਲੇ ਪਾਸੇ ਚੱਲਦੇ ਹਾਂ। ਇੱਕ ਮੀਟਿੰਗ ਹੋ ਰਹੀ ਸੀ ਕਈ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਮੀਟਿੰਗ ਦਾ ਕਾਰਨ ਸੀ ਕਿ ਇੰਡੀਆ ਦੇ ਵਿੱਚ ਕੋਵਿਡ ਕੇਸ ਲਗਾਤਾਰ ਵੱਧ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਇਸ ਗੱਲ ਨੂੰ ਲੈ ਕੇ ਕਾਫੀ ਗੰਭੀਰ ਨੇ। ਲਗਾਤਾਰ ਵੱਖੋ-ਵੱਖ ਤਰ੍ਹਾਂ ਦੀਆਂ ਉਹ ਬੈਠਕਾਂ ਕਰ ਰਹੇ ਆ ਕਿ ਇਸ ਮਹਾਮਾਰੀ ਦੀ ਹਾਲਾਤ ਕੀ ਨੇ, ਕਿਵੇਂ ਨਜਿੱਠਿਆ ਜਾਵੇ। ਆਕਸੀਜਨ ਦੀ ਕਮੀ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ
ਨਰਿੰਦਰ ਦਮੋਦਰ ਦਾਸ ਮੋਦੀ ਨੇ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਹੁਦੇਦਾਰਾਂ ਭਾਵ ਮੁੱਖ ਮੰਤਰੀਆਂ ਦੇ ਨਾਲ ਇੱਕ ਅਹਿਮ ਬੈਠਕ ਸੱਦੀ ਸੀ। ਹਾਲਾਂਕਿ ਇਸ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਰਾਜ਼ ਨਜ਼ਰ ਆਏ ਉਹਨਾਂ ਦੇ ਨਾਲ, ਕਿਉਂਕਿ ਪ੍ਰਧਾਨ ਮੰਤਰੀ ਨੇ ਭਰੀ ਬੈਠਕ ਦੇ ਵਿੱਚ ਕੇਜਰੀਵਾਲ ਨੂੰ ਸਖਤ ਸ਼ਬਦਾਂ ਦਾ ਇਸਤੇਮਾਲ ਕੀਤਾ, ਤਾੜਨਾ ਕੀਤੀ। ਉਹਨਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਤੁਸੀਂ ਮਹੱਤਵਪੂਰਨ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ, ਅਜਿਹੀ ਅਹਿਮ ਗੱਲਬਾਤ ਦਾ ਤੁਸੀਂ ਪ੍ਰਚਾਰ ਪ੍ਰਸਾਰ ਨਹੀਂ ਕਰ ਸਕਦੇ। ਅਸਲ ਦੇ ਵਿੱਚ ਗੱਲਬਾਤ ਕੀ ਸੀ? ਗੱਲਬਾਤ ਇਹ ਸੀ, ਜਦੋਂ ਮੀਟਿੰਗ ਚੱਲ ਰਹੀ ਸੀ ਵੱਖੋ-ਵੱਖ ਮੁੱਖ ਮੰਤਰੀਆਂ ਦੇ ਨਾਲ, ਜਦੋਂ ਮੋਦੀ ਤੇ ਕੇਜਰੀਵਾਲ ਦੀ ਆਪਸ ਦੇ ਵਿੱਚ ਗੱਲਬਾਤ ਹੋਣ ਲੱਗੀ ਤੇ ਕੇਜਰੀਵਾਲ ਨੇ ਉਹ ਗੱਲਬਾਤ ਲਾਈਵ ਕਰ ਦਿੱਤੀ। ਤੇ ਕੇਜਰੀਵਾਲ ਦੀ ਇਸ ਲਾਈਵ ਗੱਲਬਾਤ ਤੋਂ ਬਾਅਦ ਜਦੇ ਝਟਪਟ ਪਤਾ ਲੱਗਿਆ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੂੰ ਕਿ ਆਪਣੀ ਆਪਸ ਦੀ ਹੋ ਰਹੀ ਗੱਲਬਾਤ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਲਾਈਵ ਕਰ ਦਿੱਤਾ ਤੇ ਉਹ ਬੜੇ ਨਾਰਾਜ਼ ਹੋਏ। ਉਹ ਕਹਿੰਦੇ ਤੁਹਾਨੂੰ ਪਤਾ ਹੈ ਕਿ ਆਪਣੀ ਅੰਦਰ ਦੀ ਗੱਲ ਲੋਕਾਂ ਨੂੰ ਕੀ ਪਤਾ ਲੱਗ ਜੇ। ਇਹਦੇ ਤੋਂ ਬਾਅਦ ਕੇਜਰੀਵਾਲ ਨੇ ਹੱਥ ਜੋੜ ਕੇ ਮੁਆਫੀ ਮੰਗ ਲਈ। ਉਹ ਕਹਿੰਦਾ ਕੋਈ ਗੱਲ ਨਹੀਂ ਜੀ, ਜੇ ਤੁਹਾਨੂੰ ਲੱਗਦਾ ਹੈ ਕਿ ਆਪਣੀ ਅੰਦਰ ਦੀ ਗੱਲ ਹੈ, ਲੋਕਾਂ ਦੀ ਗੱਲ ਨਹੀਂ ਸੀ, ਲੋਕਾਂ ਲਈ ਗੱਲ ਨਹੀਂ ਸੀ, ਤਾਂ ਮੈਂ ਮੁਆਫੀ ਮੰਗ ਲੈਣਾ। ਅੱਗੇ ਵਾਸਤੇ ਨਾਲ ਉਹਨਾਂ ਨੂੰ ਤਾਕੀਦ ਵੀ ਕੀਤੀ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਬੈਠਕ ਹੋਵੇ ਤੁਸੀਂ ਲਾਈਵ ਨਹੀਂ ਕਰ ਸਕਦੇ, ਇਹ ਤੁਸੀਂ ਪਰੰਪਰਾ ਤੋੜ ਰਹੇ ਹੋ, ਤੁਸੀਂ ਪ੍ਰੋਟੋਕਾਲ ਦੇ ਖਿਲਾਫ ਜਾ ਰਹੇ ਹੋ। ਕੋਈ ਵੀ ਮੁੱਖ ਮੰਤਰੀ ਕਹਿੰਦੇ ਅਜਿਹੀ ਬੈਠਕ ਨੂੰ ਲਾਈਵ ਕਰੇ ਤਾਂ ਇਹ ਮੈਨੂੰ ਠੀਕ ਨਹੀਂ ਲੱਗਦਾ। ਪ੍ਰਧਾਨ ਮੰਤਰੀ ਦੇ ਸਖਤ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਗਲਤੀ ਮੰਨੀ। ਮੁੱਖ ਮੰਤਰੀ ਨੇ ਕਿਹਾ ਕਿ ਸਰ ਠੀਕ ਹੈ, ਅੱਗੇ ਤੋਂ ਪੂਰਾ ਖਿਆਲ ਰੱਖਾਂਗਾ, ਜੇਕਰ ਮੇਰੇ ਵੱਲੋਂ ਗੁਸਤਾਖੀ ਹੋਈ ਹੈ ਤਾਂ ਮੁਆਫੀ ਮੰਗਦਾ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਗੱਲਬਾਤ ਹੋ ਰਹੀ ਹੈ ਕਿ ਕੋਵਿਡ ਕੇਸ ਲਗਾਤਾਰ ਵੱਧ ਰਹੇ ਨੇ, ਗੱਲਬਾਤ ਹੋ ਰਹੀ ਹੈ ਵੱਖੋ-ਵੱਖ ਮੁੱਖ ਮੰਤਰੀਆਂ ਦੇ ਨਾਲ ਕਿ ਆਕਸੀਜਨ ਕਿਵੇਂ ਵਧਾਈ ਜਾਵੇ, ਕਿਵੇਂ ਮਰੀਜ਼ਾਂ ਦਾ ਖਿਆਲ ਰੱਖਿਆ ਜਾਵੇ, ਕਿਵੇਂ ਇਸ ਸਿਸਟਮ ਨੂੰ ਤਾਣੇ ਬਾਣੇ ਨੂੰ ਚੁਸਤ ਦਰੁਸਤ ਕੀਤਾ ਜਾਵੇ। ਇਹ ਗੱਲ ਨਾ ਪ੍ਰਧਾਨ ਮੰਤਰੀ ਮੋਦੀ ਦੀ ਆਪਣੀ ਹੈ, ਨਾ ਇਹ ਕੇਜਰੀਵਾਲ ਦੀ ਆਪਣੀ ਹੈ। ਗੱਲਬਾਤ ਹੋ ਰਹੀ ਹੈ ਲੋਕਾਂ ਲਈ, ਗੱਲਬਾਤ ਹੋ ਰਹੀ ਹੈ ਕੋਵਿਡ-19 ਦੇ ਕੇਸ ਲਗਾਤਾਰ ਵੱਧ ਰਹੇ ਤੇ ਆਕਸੀਜਨ ਦੀ ਕਮੀ। ਹੁਣ ਸ਼ਾਇਦ ਤੁਹਾਨੂੰ ਯਾਦ ਹੋਵੇ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਆਉਂਦੇ ਸਨ ਕੇਂਦਰੀ ਮੰਤਰੀ, ਉਦੋਂ ਵੀ ਉਹਨਾਂ ਦਾ ਸਭ ਤੋਂ ਵੱਡਾ ਇਤਰਾਜ਼ ਹੁੰਦਾ ਸੀ ਕਿ ਤੁਸੀਂ ਮੀਡੀਆ ਨੂੰ ਕਿਉਂ ਦੱਸਦੇ ਹੋ। ਕਿਸਾਨ ਆਗੂ ਕਹਿੰਦੇ ਸੀ ਅਸੀਂ ਲੋਕਾਂ ਦੇ ਹਾਂ, ਲੋਕ ਸਾਡੇ ਨੇ, ਲੋਕਾਂ ਲਈ ਲੋਕਾਂ ਦਾ ਅੰਦੋਲਨ ਚੱਲ ਰਿਹਾ, ਅੰਦੋਲਨ ਹੀ ਲੋਕ ਅੰਦੋਲਨ ਹੈ, ਫਿਰ ਅਸੀਂ ਆਪਣੀ ਗੱਲ ਮੀਡੀਆ ਰਾਹੀਂ ਬੱਚੇ ਤੱਕ ਕਿਉਂ ਨਾ ਦੱਸੀਏ। ਉਹ ਕਹਿੰਦੇ ਸੀ ਜੇ ਤੁਸੀਂ ਸਾਡੇ ਨਾਲ ਗੱਲ ਕਰਨੀ ਹੈ ਤਾਂ ਲੋਕਾਂ ਨੂੰ ਉਸ ਗੱਲ ਦਾ ਪਤਾ ਨਹੀਂ ਹੋਣਾ ਚਾਹੀਦਾ। ਇੱਥੋਂ ਸਰਕਾਰ ਦੀ ਮਨਸ਼ਾ ਦਾ ਪਤਾ ਲੱਗਦਾ ਕਿ ਲੋਕਾਂ ਦੇ ਲਈ ਉਹ ਬੁੱਕਲ 'ਚ ਗੁੜ ਭਰਨਾ ਚਾਹੁੰਦੀ ਹੈ। ਹੁਣ ਤੁਸੀਂ ਦੱਸਿਓ, ਕੇਜਰੀਵਾਲ ਨੂੰ ਭਾਵੇਂ ਝਾੜਿਆ ਤੇ ਉਹਨਾਂ ਨੇ ਮੁਆਫੀ ਤੁਰੰਤ ਮੰਗ ਲਈ, ਕਿ ਕੇਜਰੀਵਾਲ ਦੀ ਗਲਤੀ ਸੀ ਕਿ ਇੰਜ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਜਨਤਕ ਨਹੀਂ ਹੋਣੀ ਚਾਹੀਦੀ। ਜੇ ਲੋਕ ਸਭਾ ਦੀ ਕਾਰਵਾਈ ਪਬਲਿਕ ਕੀਤੀ ਜਾ ਸਕਦੀ ਹੈ, ਲਾਈਵ ਕੀਤੀ ਜਾ ਸਕਦੀ ਹੈ, ਇਹ ਮੀਟਿੰਗ ਵੀ ਤਾਂ ਲੋਕਾਂ ਵਾਸਤੇ ਕੀਤੀ ਜਾ ਰਹੀ ਸੀ, ਪਤਾ ਤਾਂ ਲੱਗੇ ਕਿ ਮੀਟਿੰਗ ਦੇ ਵਿੱਚ ਬੁੱਕਲ 'ਚ ਗੁੜ ਕਿਹੜਾ ਭੰਨਿਆ ਜਾ ਰਿਹਾ ਸੀ। ਹਾਂ, ਜੇਕਰ ਇਸੇ ਤਰ੍ਹਾਂ ਦੀ ਕੋਈ ਮਾੜੀ ਗੱਲ ਹੁੰਦੀ ਤਾਂ ਕੇਜਰੀਵਾਲ ਦਾ ਕਿਹੜਾ ਸਿਰ ਘੁੰਮਿਆ ਹੋਇਆ, ਪਰ ਦੂਸਰੇ ਪਾਸੇ ਉਹਦੇ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹ ਇਹਦੇ 'ਚੋਂ ਵੀ ਸਿਆਸਤ ਕਰ ਰਿਹਾ ਸੀ। ਹੁਣ ਜੇਕਰ ਕੋਈ ਗੱਲ ਮਾੜੀ ਨਹੀਂ ਸੀ, ਲੋਕ ਹਿੱਤਾਂ ਦੀ ਗੱਲ ਸੀ, ਤੇ ਇਹਦੇ ਵਿੱਚ ਇਤਰਾਜ਼ ਜਾਇਜ਼ ਹੈ ਜਾਂ ਨਜਾਇਜ਼ ਹੈ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਅਗਲੀ ਗੱਲ ਹੈ ਜਿਹੜੀ ਉਹ ਟਰੈਕਟਰ ਪਰੇਡ 26 ਜਨਵਰੀ ਨੂੰ ਲਾਲ ਕਿਲੇ ਵਾਲੀ ਹਿੰਸਾ ਵਾਲਾ ਮਾਮਲਾ, ਉਹਦੇ ਵਿੱਚ ਹਾਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਜ਼ਮਾਨਤਾਂ ਹੋਈਆਂ ਨਹੀਂ। ਇਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਨ ਭਾਈ ਇਕਬਾਲ ਸਿੰਘ। ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਜਾਣਕਾਰੀ ਇਹ ਵੀ ਦਿੱਤੀ ਗਈ ਹੈ ਕਿ ਜਿਹੜੇ ਬਾਕੀ ਕੁਝ ਇੱਕ ਨੌਜਵਾਨ ਰਹਿੰਦੇ ਹੈ, ਉਹਨਾਂ ਦੀਆਂ ਜ਼ਮਾਨਤਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਨਜ਼ੂਰ ਕੀਤੇ ਜਾਣ ਦੀਆਂ ਸੰਭਾਵਨਾਵਾਂ ਨੇ। 26 ਜਨਵਰੀ ਦੇ ਮਾਮਲੇ ਦੇ ਵਿੱਚ ਇੱਕ FIR ਦਰਜ ਹੋਈ ਸੀ। ਉਸੇ FIR ਦੇ ਤਹਿਤ ਇਕਬਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਅਸਲ ਦੇ ਵਿੱਚ ਉਹ ਮੂਲ ਰੂਪ ਦੇ ਲੁਧਿਆਣਾ ਦੇ ਰਹਿਣ ਵਾਲੇ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਹੋਰ ਨੌਜਵਾਨਾਂ ਤੇ ਕਿਸਾਨਾਂ ਨੂੰ ਵੀ ਉਹਨਾਂ ਦੇ ਕੇਸਾਂ ਦੀ ਵੀ ਲਗਾਤਾਰ ਪੈਰਵਾਈ ਕੀਤੀ ਜਾ ਰਹੀ ਹੈ। ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਜ਼ਮਾਨਤ ਵੀ ਹੋ ਜਾਵੇ ਤੇ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਵੀ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਹੋ ਸਕਦਾ ਹੈ ਕਿ ਅੱਜ ਜਾਂ ਭਲਕੇ ਦੀਪ ਸਿੱਧੂ ਦੀ ਜ਼ਮਾਨਤ ਵੀ ਮਨਜ਼ੂਰ ਹੋ ਜਾਵੇ ਤੇ ਇਕਬਾਲ ਸਿੰਘ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ ਤੇ ਹੁਣ ਉਮੀਦ ਹੈ ਕਿ ਅੱਜ ਉਹ ਜੇਲ੍ਹ ਵਿੱਚੋਂ ਰਿਹਾ ਹੋ ਸਕਦੇ ਹੈ ਤੇ ਦੀਪ ਸਿੱਧੂ ਦੀ ਅਰਜ਼ੀ ਤੇ ਵੀ ਅੱਜ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਵੇਖਦੇ ਹਾਂ ਕਿ ਜਿਹੜੇ ਨੌਜਵਾਨਾਂ ਨੂੰ ਹਾਲੇ ਜੇਲ੍ਹ ਦੇ ਵਿੱਚੋਂ ਬੰਦ ਖਲਾਸੀ ਨਹੀਂ ਹੋ ਸਕੀ, ਸ਼ਾਇਦ ਉਹਨਾਂ ਦੀ ਜਲਦ ਰਿਹਾਈ ਹੋ ਜਾਵੇ। ਉਹਦੇ ਵਾਸਤੇ ਲੀਗਲ ਟੀਮਾਂ ਇਸ ਵਕਤ ਮਿਹਨਤ ਕਰਨ ਲੱਗੀਆਂ ਹੋਈਆਂ ਨੇ। ਤੇ ਹੁਣ ਅਗਲੀ ਖਬਰ ਜਿਹੜੀ ਉਹ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀकांड ਦੇ ਨਾਲ ਸੰਬੰਧਿਤ ਹੈ। ਬੀਤੇ ਦਿਨਾਂ ਤੋਂ ਜਿਸ ਦਿਨ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਸਿੱਟ ਨੂੰ ਲੈ ਕੇ ਹਾਈ ਕੋਰਟ ਨੇ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਲਾਂਭੇ ਕਰੋ, ਦੁਬਾਰਾ ਸਿੱਟ ਬਣਾਓ ਜਾਂ ਇਹ ਰਿਪੋਰਟ ਸੀਬੀਆਈ ਦੇ ਹਵਾਲੇ ਕਰੋ, ਸੀਬੀਆਈ ਦੁਬਾਰਾ ਜਾਂਚ ਕਰੇ ਜਾਂ ਹਰਿਆਣਾ ਪੁਲਿਸ ਨੂੰ ਦਿਓ। ਪਰ ਉੱਥੇ ਆਖ ਦਿੱਤਾ ਗਿਆ ਸੀ ਕੋਈ ਨਹੀਂ, ਅਸੀਂ ਇਸ ਮਸਲੇ ਤੇ ਵਿਚਾਰ ਕਰਦੇ ਹਾਂ ਕਿ ਸਿੱਟ ਹੀ ਨਵੀਂ ਬਣਾ ਲਾਂਗੇ। ਪਰ ਉਸ ਦਿਨ ਤੋਂ ਮਾਨਯੋਗ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਅੱਜ 99 ਸਫ਼ਿਆਂ ਦਾ ਉਹ ਫੈਸਲਾ ਜਨਤਕ ਕਰ ਦਿੱਤਾ ਗਿਆ ਹੈ। ਤੇ ਜਿਹੜੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖੀ ਹੈ ਨਾ ਕਿ ਕੇਜਰੀਵਾਲ ਆਪਣੀ ਅੰਦਰਲੀ ਗੱਲ ਜਨਤਕ ਨਹੀਂ ਕਰ ਸਕਦੇ, ਅਦਾਲਤ ਨੇ ਵੀ ਆਹੀ ਗੱਲ ਆਖੀ ਹੈ। ਉਹ ਕਹਿੰਦੀ ਕੁੰਵਰ ਵਿਜੇ ਪ੍ਰਤਾਪ ਜਾਂ ਕੋਈ ਵੀ ਸਿੱਟ ਦਾ ਮੈਂਬਰ ਜਿਹੜੀ ਨਵੀਂ ਵੀ ਬਣੂ ਜਨਤਕ ਨਹੀਂ ਕਰ ਸਕਦੀ, ਮੀਡੀਆ ਨਾਲ ਗੱਲ ਨਹੀਂ ਕਰ ਸਕਦੀ। ਤੇ ਨਾਲ ਉਹਨਾਂ ਨੇ ਟਿੱਪਣੀਆਂ ਕਿਹੜੀਆਂ ਸਖਤ ਕੀਤੀਆਂ ਨੇ, ਪੰਜਾਬ ਸਰਕਾਰ ਨੂੰ ਝਾੜ ਕੇ ਰੱਖਤਾ ਜਿਵੇਂ ਆਪਾਂ ਜੁੱਤੀ ਤੋਂ ਗਰਦ ਝਾੜੀ ਦੀ ਹੈ। ਹੁਣ ਕੋਟਕਪੂਰਾ ਦੇ ਵਿੱਚ ਗੋਲੀ ਚੱਲਦੀ ਹੈ, ਗੋਲੀ ਦੀ ਉਸ ਜਾਂਚ ਦੇ ਵਾਸਤੇ ਕਈ ਕਮਿਸ਼ਨ ਬਣ ਗਏ ਤੇ ਕਈ ਸਿੱਟ ਭਾਵ ਜਾਂਚ ਟੀਮਾਂ ਬਣ ਗਈਆਂ। ਇਸ ਸਿੱਟ ਦੀ ਹਾਲੇ ਤੱਕ ਦੀ ਜਾਂਚ ਰਿਪੋਰਟ ਨੂੰ ਹਾਈ ਕੋਰਟ ਨੇ ਹੁਣ ਖਾਰਜ ਕਰ ਦਿੱਤਾ ਹੈ। ਪੰਜਾਬ ਸਰਕਾਰ ਨੂੰ ਇਹ ਜਾਂਚ ਰਿਪੋਰਟ ਖਾਰਜ ਕਰਨ ਕਰਕੇ ਵੱਡਾ ਝਟਕਾ ਵੀ ਦੇ ਦਿੱਤਾ ਹੈ, ਕਿਉਂਕਿ ਕੱਲ ਹੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਉਹ ਕਹਿੰਦੇ ਨੇ ਕਿ ਜਾਂਚ ਰਿਪੋਰਟ ਪੁਰਾਣੀ ਰੱਖ ਲਾਂਗੇ, ਕਮੇਟੀ ਇੱਕ ਨਵੀਂ ਬਣਾ ਦਾਂਗੇ, ਇਸੇ ਜਾਂਚ ਰਿਪੋਰਟ ਦੇ ਆਧਾਰ ਤੇ 2 ਮਹੀਨਿਆਂ ਦੇ ਅੰਦਰ ਅੰਦਰ ਦੁਬਾਰਾ ਚਲਾਨ ਪੇਸ਼ ਕਰ ਦਾਂਗੇ। ਉਹ ਧਰਾਈਆਂ ਰਹਿ ਗਈਆਂ ਨੇ। ਉਹ ਕਹਿੰਦੇ ਨਹੀਂ, ਪਹਿਲੀ ਰਿਪੋਰਟ ਬਿਲਕੁਲ ਖਾਰਜ। ਇਹਦੇ ਨਾਲ ਹੁਣ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਹੈ। ਕਹਿੰਦੇ ਪੂਰੇ ਮਾਮਲੇ ਦੀ ਜਾਂਚ ਨਵੇਂ ਸਿਰਿਓਂ ਨਵੀਂ ਸਿੱਟ ਗਠਿਤ ਕਰਕੇ ਕਰਵਾਈ ਜਾਵੇ। ਇਹ ਹੁਕਮ ਵੀ ਦਿੱਤੇ ਹੈ ਕਿ ਨਵੀਂ ਸਿੱਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸ਼ਾਮਲ ਨਹੀਂ ਹੋਣਗੇ, ਪਰ ਇਹ ਉਸ ਦਿਨ ਦਾ ਫੈਸਲਾ ਲਿਖਿਆ ਉਹਦੇ ਤੋਂ ਬਾਅਦ ਤੁਹਾਨੂੰ ਪਤਾ ਹੋਣਾ ਕਿ ਉਹ ਆਪਣੇ ਅਸਤੀਫਾ ਦੇ ਕੇ ਅਹੁਦੇ ਤੋਂ ਲਾਂਭੇ ਹੋ ਚੁੱਕੇ ਹੈ। ਨਾਲ ਹੀ ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਕਹੀ ਹੈ ਕਿ ਸਿੱਟ ਦੇ ਸਾਰੇ ਮੈਂਬਰਾਂ ਨੂੰ ਜਾਂਚ ਰਿਪੋਰਟ ਤੇ ਦਸਤਖਤ ਕਰਨੇ ਪੈਣਗੇ। ਜਸਟਿਸ ਰਾਜਵੀਰ ਸਿਹਰਾਵਤ ਨੇ ਇਹ ਹੁਕਮ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਫਸੇ ਇੰਸਪੈਕਟਰ ਗੁਰਦੀਪ ਸਿੰਘ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਮੈਂ ਇਹ ਹੁਕਮ ਦੇ ਰਿਹਾ ਹਾਂ। ਤੇ ਹੁਕਮ ਉਹ 99 ਪੇਜ ਦਾ 99 ਸਫ਼ਿਆਂ ਦੇ ਇਸ ਹੁਕਮ ਦੇ ਵਿੱਚ ਹਾਈ ਕੋਰਟ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ 3 ਸੀਨੀਅਰ IPS ਅਧਿਕਾਰੀਆਂ ਦੀ ਸਿੱਟ ਦਾ ਗਠਨ ਕਰੇਗੀ, ਜਿਸ ਵਿੱਚ ਕੁੰਵਰ ਵਿਜੇ ਪ੍ਰਤਾਪ ਸ਼ਾਮਲ ਨਹੀਂ ਹੋਣਗੇ। ਮੈਂ ਫਿਰ ਦੱਸ ਦਿਆਂ, ਇਹ ਫੈਸਲਾ ਪਹਿਲਾਂ ਦਾ ਲਿਖਿਆ ਹੋਇਆ, ਉਹਦੇ ਤੋਂ ਬਾਅਦ IG ਕੁੰਵਰ ਵਿਜੇ ਪ੍ਰਤਾਪ ਆਪਣਾ ਅਹੁਦਾ ਤਿਆਗ ਚੁੱਕੇ ਹੈ। ਇਹ ਸਿੱਟ ਪੰਜਾਬ ਦੇ ਕਿਸੇ ਅਧਿਕਾਰੀ ਜਾਂ ਪੁਲਿਸ ਅਥਾਰਟੀ ਨੂੰ ਰਿਪੋਰਟ ਨਹੀਂ ਦੇਵੇਗੀ। ਤੁਸੀਂ ਦੇਖੋ ਕਿ ਕਿਹੋ ਜਿਹਾ ਫੈਸਲਾ ਕੀਤਾ ਹੈ, ਕਿੱਡਾ ਵੱਡਾ ਕਰਾਰਾ ਝਟਕਾ ਹੈ ਕਿ ਕਿਸੇ ਵੀ ਪੰਜਾਬ ਸਰਕਾਰ ਦੇ ਅਧਿਕਾਰੀ ਜਾਂ ਪੁਲਿਸ ਅਥਾਰਟੀ ਨੂੰ ਰਿਪੋਰਟ ਨਹੀਂ ਕਰੇਗੀ, ਇਹ ਕੇਵਲ ਸੰਬੰਧਿਤ ਮੈਜਿਸਟ੍ਰੇਟ ਨੂੰ ਰਿਪੋਰਟ ਕਰੇਗੀ। ਅਦਾਲਤ ਨੇ ਕਿਹਾ ਕਿ ਸਿੱਟ ਦੇ ਮੈਂਬਰ ਸੰਬੰਧਿਤ ਮੈਜਿਸਟ੍ਰੇਟ ਸਾਹਮਣੇ ਅੰਤਮ ਰਿਪੋਰਟ ਦਾਖਲ ਕਰਨ ਤੋਂ ਪਹਿਲਾਂ ਜਾਂਚ ਦਾ ਕੋਈ ਵੀ ਹਿੱਸਾ ਲੀਕ ਨਹੀਂ ਕਰਨਗੇ। ਉਹ ਮੀਡੀਆ ਨਾਲ ਜਾਂਚ ਦੇ ਕਿਸੇ ਵੀ ਪਹਿਲੂ ਨੂੰ ਸ਼ੇਅਰ ਨਹੀਂ ਕਰਨਗੇ। ਦੱਸਣਾ ਬਣਦਾ ਕਿ ਕੋਟਕਪੂਰਾ ਗੋਲੀकांड ਦੇ ਵਿੱਚ ਨਾਮਜ਼ਦ ਇੰਸਪੈਕਟਰ ਗੁਰਦੀਪ ਸਿੰਘ ਨੇ ਸੀਨੀਅਰ ਐਡਵੋਕੇਟ RS ਚੀਮਾ ਰਾਹੀਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਆਖਿਆ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਸਿਆਸਤ ਤੋਂ ਪ੍ਰਭਾਵਿਤ ਹੈ। ਉਹਨਾਂ ਦਾ ਰਵੱਈਆ ਪਟੀਸ਼ਨ ਕਰਤਾ ਪ੍ਰਤੀ ਭੇਦਭਾਵ ਵਾਲਾ ਹੈ। ਪਹਿਲਾਂ ਜਦ ਪਟੀਸ਼ਨ ਕਰਤਾ ਨੇ ਇਸ ਮਾਮਲੇ ਵਿੱਚ ਦਰਜ FIR ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਉਦੋਂ ਵੀ ਕੁੰਵਰ ਵਿਜੇ ਪ੍ਰਤਾਪ ਨੇ ਉਹਨਾਂ ਨੂੰ ਇਹ ਪਟੀਸ਼ਨ ਵਾਪਸ ਲੈਣ ਦੀ ਧਮਕੀ ਦਿੱਤੀ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ 44 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸੀ। ਕੁੰਵਰ ਵਿਜੇ ਪ੍ਰਤਾਪ ਨੇ ਉਹਨਾਂ ਤੋਂ ਕੋਈ ਜਾਂਚ ਪੜਤਾਲ ਕੀਤੀ ਹੋਈ ਨਹੀਂ ਤੇ ਨਾਲ ਉਹਨਾਂ ਨੇ ਆਪਣੀ ਇਸ ਫੈਸਲੇ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਇਸ ਰਿਪੋਰਟ ਨੂੰ ਪੱਖਪਾਤੀ ਵੀ ਦੱਸਿਆ, ਕਾਲਪਨਿਕ ਵੀ ਦੱਸਿਆ। ਉਹ ਕਹਿੰਦੇ ਠੀਕ ਹੈ, ਬਰਗਾੜੀ ਬੇਅਦਬੀ ਮਾਮਲਾ ਹੈ, ਕੋਟਕਪੂਰਾ ਗੋਲੀकांड ਵੀ ਵਾਪਰ ਗਿਆ, ਸਿੱਟ ਵੀ ਬਣ ਗਈ, ਪਰ ਉਹਦੀ ਰਿਪੋਰਟ ਅਸੀਂ ਖਾਰਜ ਕਰਦੇ ਹਾਂ। ਰਿਪੋਰਟ ਖਾਰਜ ਕਰਨ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰਿਪੋਰਟ ਤੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਨੇ। ਹਾਈ ਕੋਰਟ ਨੇ ਸਿੱਟ ਦੇ ਸੀਨੀਅਰ ਮੈਂਬਰ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਤੇ ਬਹੁਤ ਸਵਾਲ ਉਠਾਏ ਹੈ। ਉਹਨਾਂ ਕਿਹਾ ਕਿ ਪੂਰੇ ਮਾਮਲੇ ਨੂੰ ਦੇਖਣ ਤੋਂ ਬਾਅਦ ਇਹ ਕਿਹਾ ਨਹੀਂ ਜਾ ਸਕਦਾ
ਕਿ ਉਹਨਾਂ ਨੇ ਜਾਂਚ ਨਿਰਪੱਖ ਢੰਗ ਨਾਲ ਕੀਤੀ ਹੋਵੇ। ਉਹਨਾਂ ਦੀ ਰਿਪੋਰਟ ਜਲਦਬਾਜ਼ੀ ਵਿੱਚ ਤਿਆਰ ਕੀਤੀ ਗਈ ਹੈ, ਕਲਪਨਾਵਾਂ ਤੇ ਆਧਾਰਿਤ ਜਾਪਦੀ ਹੈ। ਇਸ ਕੇਸ ਦੇ ਤੱਥਾਂ ਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਇਹੀ ਲੱਗਦਾ ਹੈ ਕਿ ਇਹ ਜਾਂਚ ਲਾਪਰਵਾਹੀ ਨਾਲ ਕੀਤੀ ਗਈ ਹੈ। ਕੇਸ ਦੇ ਸਬੂਤਾਂ ਤੇ ਗੌਰ ਕਰਨ ਦੀ ਬਜਾਏ ਕਲਪਨਾ ਦਾ ਸਹਾਰਾ ਲੈ ਕੇ ਰਿਪੋਰਟ ਦਾਇਰ ਕੀਤੀ ਗਈ ਹੈ। ਕੁੰਵਰ ਵਿਜੇ ਪ੍ਰਤਾਪ ਨੇ ਚੋਣ ਪ੍ਰਕਿਰਿਆ ਦੌਰਾਨ ਜਾਂਚ ਦਾ ਇਸਤੇਮਾਲ ਇੱਕ ਸਿਆਸੀ ਪਾਰਟੀ ਦੇ ਪੱਖ ਵਿੱਚ ਅਤੇ ਦੂਸਰੀ ਸਿਆਸੀ ਧਿਰ ਦੇ ਖਿਲਾਫ ਕੀਤਾ ਹੈ। ਉਹਨਾਂ ਸਿਆਸੀ ਆਗੂਆਂ ਖਿਲਾਫ ਦੋਸ਼ ਲਗਾਏ ਪਰ ਚਾਰਜ ਸ਼ੀਟ ਦਾਇਰ ਨਹੀਂ ਕੀਤੀ। ਕੁੰਵਰ ਨੇ ਸਿਆਸੀ ਹਿੱਤਾਂ ਦੀ ਖਾਤਰ ਮੀਡੀਆ ਵਿੱਚ ਜਾ ਕੇ ਜਾਣਕਾਰੀ ਦਿੱਤੀ। ਦੱਸਣਾ ਬਣਦਾ ਕਿ ਅਦਾਲਤ ਨੇ ਇਸ ਤੋਂ ਪਹਿਲਾਂ ਸਿੱਟ ਨੂੰ ਰੱਦ ਕਰਦੇ ਹੋਏ ਜਾਂਚ ਰਿਪੋਰਟ ਨੂੰ ਖਾਰਜ ਕਰ ਦਿੱਤਾ ਸੀ। ਇਸ ਪੂਰੇ ਮਾਮਲੇ ਦੀ ਜਾਂਚ ਲਈ ਨਵੀਂ ਸਿੱਟ ਬਣਾਉਣ ਦੇ ਹੁਕਮ ਚਾੜ ਦਿੱਤੇ ਸਨ। ਨਾਲ ਹੀ ਇਹ ਵੀ ਆਖਿਆ ਸੀ ਕਿ ਨਵੀਂ ਸਿੱਟ ਵਿੱਚ ਕੁੰਵਰ ਨੂੰ ਸ਼ਾਮਲ ਨਾ ਕੀਤਾ ਜਾਵੇ। ਇਸ ਤੋਂ ਬਾਅਦ ਕੁੰਵਰ ਨੇ ਆਪਣੀ ਮਰਜ਼ੀ ਦੇ ਨਾਲ ਸੇਵਾ ਮੁਕਤੀ ਲੈ ਲਈ ਸੀ। ਅਦਾਲਤ ਨੇ ਕਿਹਾ ਕਿ ਨਵੀਂ ਸਿੱਟ ਪੂਰੀ ਤਰ੍ਹਾਂ ਸਿਆਸੀ ਪ੍ਰਭਾਵ ਤੋਂ ਬਿਨਾਂ ਕੰਮ ਕਰੇਗੀ। ਇਹ ਪਰ ਅਦਾਲਤ ਨੇ ਕਿਹਾ ਕਿ ਸਿਆਸੀ ਪ੍ਰਭਾਵ ਤੋਂ ਬਿਨਾਂ ਕੰਮ ਕਰੇਗੀ। ਹੁਣ ਕਰਦੀ ਹੈ ਕਿ ਨਹੀਂ, ਇਹ ਸਮਾਂ ਦੱਸੇਗਾ। ਇਸ ਤੋਂ ਇਲਾਵਾ ਸਿੱਟ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੂੰ ਰਿਪੋਰਟ ਨਹੀਂ ਕਰੇਗੀ। ਅਦਾਲਤ ਨੇ ਇਹ ਵੀ ਕਿਹਾ ਕਿ ਜਾਂਚ ਰਿਪੋਰਟ ਵਿੱਚ ਸਿੱਟ ਦੇ ਸਾਰੇ ਮੈਂਬਰਾਂ ਦੇ ਦਸਤਖਤ ਹੋਣੇ ਲਾਜ਼ਮੀ ਹੋਣਗੇ। ਅਦਾਲਤ ਨੇ ਇਹ ਵੀ ਕਿਹਾ ਕਿ ਰਿਪੋਰਟ ਵਿੱਚ ਬੇਹੱਦ ਰੌਚਕ ਗੱਲ ਇਹ ਹੈ ਕਿ ਇਸ ਵਿੱਚ ਅਦਾਕਾਰ ਅਕਸ਼ੇ ਦੀ ਸਿੰਘ ਇਜ਼ ਕਿੰਗ ਦਾ ਜ਼ਿਕਰ ਕੀਤਾ ਗਿਆ, ਸਿੰਘ ਇਜ਼ ਬਲਿੰਗ ਦਾ ਜ਼ਿਕਰ ਕੀਤਾ ਗਿਆ। ਡੇਰਾ ਸੱਚਾ ਸੌਦਾ ਦੀ ਮੁਆਫੀ ਉਹਦੀ ਗੱਲ ਨੂੰ ਸ਼ਾਮਲ ਤਾਂ ਕੀਤਾ ਗਿਆ ਤਾਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਉਸ ਵੇਲੇ ਦੇ ਸੁਖਬੀਰ ਬਾਦਲ ਨੂੰ ਸਾਜ਼ਿਸ਼ ਦੇ ਵਿੱਚ ਸ਼ਾਮਲ ਕਰਨ ਦੀ ਬਜਾਏ ਆਪਣੀ ਕਲਪਨਾ ਨੂੰ ਪੱਕਾ ਕੀਤਾ ਜਾ ਸਕੇ। ਦੋਵਾਂ ਆਗੂਆਂ ਤੇ ਦੋਸ਼ ਲਗਾਉਣ ਦੇ ਬਾਵਜੂਦ ਦੋਵਾਂ ਨੂੰ FIR ਵਿੱਚ ਚਾਰਜ ਸ਼ੀਟ ਨਹੀਂ ਕੀਤਾ ਗਿਆ, ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਹੁਣ ਇਹ ਕੁਝ ਗੱਲਾਂ ਸਖਤ ਟਿੱਪਣੀਆਂ ਕੀਤੀਆਂ ਨੇ। ਹੁਣ ਉਡੀਕ ਕੀਤੀ ਜਾ ਰਹੀ ਸੀ। ਬੀਤੇ ਦਿਨਾਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਆਖ ਰਹੇ ਸਨ ਕਿ ਅਸੀਂ ਉਡੀਕ ਕਰ ਰਹੇ ਹਾਂ ਕਿ ਫੈਸਲੇ ਦੀ ਕਾਪੀ ਸਾਨੂੰ ਮਿਲੇ। ਅੱਜ ਆ ਫੈਸਲੇ ਦੀ ਕਾਪੀ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਉਹਦੇ ਜਿਹੜੇ ਪਹਿਲੂ ਨੇ ਉਹ ਦੱਸੇ ਨੇ। ਉਹਨਾਂ ਨੇ ਕਿਹਾ ਸੀ ਕਿ ਅਸੀਂ ਵਿਚਾਰਾਂਗੇ, ਘੋਖ ਪੜਤਾਲ ਕਰਨ ਤੋਂ ਬਾਅਦ ਅਸੀਂ ਅਗਲਾ ਫੈਸਲਾ ਕਰਾਂਗੇ। ਇੱਕ ਫੈਸਲਾ ਤਾਂ ਡਾਕਟਰ ਰਾਜਕੁਮਾਰ ਵੇਰਕਾ ਦੱਸੀ ਜਾ ਰਹੇ ਸੀ ਕਿ ਅਸੀਂ ਤਾਂ ਬੰਦੇ ਵੀ ਲੱਭ ਲਏ ਨੇ ਕਿ ਅਗਲੀ ਜਾਂਚ ਟੀਮ ਦੇ ਵਿੱਚ ਕੌਣ-ਕੌਣ ਹੋਣਗੇ। ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਉਸੇ ਜਾਂਚ ਰਿਪੋਰਟ ਨੂੰ ਆਧਾਰ ਬਣਾਵਾਂਗੇ ਤੇ 2 ਮਹੀਨਿਆਂ ਦੇ ਅੰਦਰ ਅੰਦਰ ਫਿਰ ਚਲਾਨ ਪੇਸ਼ ਕਰ ਦਿਆਂਗੇ। ਪਰ ਹੁਣ ਮਾਣਯੋਗ ਅਦਾਲਤ ਨੇ ਇਹ ਜਾਂਚ ਰਿਪੋਰਟ ਮੁੱਢੋਂ ਰੱਦ ਕੀਤੀ ਹੈ। ਜੇ ਇਸੇ ਜਾਂਚ ਰਿਪੋਰਟ ਨੂੰ ਫਿਰ ਆਧਾਰ ਬਣਾਇਆ ਗਿਆ ਤਾਂ ਇੱਕ ਵਾਰੀ ਫਿਰ ਮਾਣਯੋਗ ਅਦਾਲਤ ਇਸ ਤਰ੍ਹਾਂ ਦੀ ਜਾਂਚ ਰਿਪੋਰਟ ਨੂੰ ਰੱਦ ਕਰੇਗੀ। ਤੇ ਫਿਰ ਇਹ ਵੀ ਆਖਿਆ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਅਸੀਂ ਹੋ ਸਕਦਾ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਖ ਅਖਤਿਆਰ ਕਰੀਏ। ਹੁਣ ਵੇਖਣਾ ਹੋਏਗਾ ਕਿ ਜਿਸ ਤਰ੍ਹਾਂ ਝਾੜ ਪਾਈ ਹੈ, ਜਿਸ ਤਰ੍ਹਾਂ ਕਰਾਰਾ ਝਟਕਾ ਦਿੱਤਾ ਹੈ ਪੰਜਾਬ ਸਰਕਾਰ ਨੂੰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ, ਕਿ ਹੁਣ ਉਹ ਫੈਸਲਾ ਅਗਲਾ ਕਰਦੇ ਆ ਤਾਂ ਕੀ ਕਰਦੇ ਆ। ਪਰ ਇਹ ਜ਼ਰੂਰ ਖਬਰ ਮਿਲੀ ਸੀ ਕਿ ਉਹ ਸਿਆਸੀ ਖੁੱਦੋ ਬਣਾਉਣੀ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਕਿ ਅਸੀਂ ਲੋਕਾਂ ਕੋਲ ਜਾਵਾਂਗੇ ਤੇ ਲੋਕਾਂ ਨੂੰ ਦੱਸਾਂਗੇ ਜਦੋਂ ਵੋਟਾਂ ਵੇਲੇ ਕਿ ਅਸੀਂ ਤਾਂ ਦੁਬਾਰਾ ਵੀ ਸੈੱਟ ਬਣਾਤੀ ਸੀ ਤੇ 2 ਮਹੀਨਿਆਂ ਦੇ ਅੰਦਰ ਅੰਦਰ ਚਲਾਨ ਵੀ ਪੇਸ਼ ਕਰ ਦਿੱਤਾ ਸੀ। ਕੁਝ ਕੁ ਬੰਦੇ ਇਹ ਆਖ ਰਹੇ ਸੀ ਕਿ ਜੇਕਰ ਆਪਾਂ ਸੁਪਰੀਮ ਕੋਰਟ ਚਲੇ ਗਏ, ਜਦੋਂ ਲੋਕਾਂ ਦੀਆਂ ਬਰੂਹਾਂ ਤੇ ਵੋਟ ਮੰਗਣ ਜਾਵਾਂਗੇ, ਉਹ ਕਹਿਣਗੇ ਤੁਸੀਂ ਤਾਂ 6 ਸਾਲਾਂ 'ਚ 7 ਸਾਲਾਂ 'ਚ ਸਾਨੂੰ ਕਰਕੇ ਕੁਝ ਨਹੀਂ ਦਿੱਤਾ, ਆ 5 ਸਾਲ ਤੁਹਾਡੇ ਵੀ ਲੰਘ ਗਏ, ਕਰਕੇ ਕੁਝ ਨਹੀਂ ਦਿੱਤਾ। ਹੁਣ ਵੇਖਦੇ ਹਾਂ ਕਿ ਹੁਣ ਅਗਲਾ ਪੰਜਾਬ ਸਰਕਾਰ ਫੈਸਲਾ ਕੀ ਲੈਂਦੀ ਹੈ। ਜਿਸ ਦਿਨ IG ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਅਸਤੀਫਾ ਦਿੱਤਾ ਸੀ ਤੇ ਤਹਿਲਕਾ ਮਚਾ ਦਿੱਤਾ ਸੀ। ਕਹਿੰਦੇ ਸੀ ਲੋਕਾਂ 'ਚ ਰਹੂੰ ਪਰ IPS ਆਫੀਸਰ ਦੇ ਤੌਰ ਤੇ ਨਹੀਂ ਰਹਿਣਾ। ਤੇ ਦੂਸਰੇ ਦਿਨ ਉਹਨਾਂ ਨੇ ਇਹ ਆਖ ਦਿੱਤਾ ਸੀ ਪ੍ਰੈਕਟਿਸ ਕਰੂੰ, ਹੁਣ ਮੈਂ ਜਾਂਚ ਅਧਿਕਾਰੀ ਬਣ ਕੇ ਨਹੀਂ, ਹੁਣ ਮੈਂ ਵਕੀਲ ਬਣ ਕੇ ਪੀੜਤ ਪਰਿਵਾਰਾਂ ਦਾ ਕੇਸ ਲੜੂੰ, ਦੱਬੇ ਕੁਚਲੇ ਲੋਕਾਂ ਦਾ ਕੇਸ ਲੜਿਆ ਕਰੂੰ। ਤੇ ਜਾਣਕਾਰੀ ਮਿਲ ਗਈ ਹੈ ਕਿ ਸਾਬਕਾ IPS ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਜਾਂਚ ਰਿਪੋਰਟ ਰੱਦ ਹੋਣ ਤੋਂ ਬਾਅਦ ਭਾਵੇਂ ਪੁਲਿਸ ਤੋਂ ਅਸਤੀਫਾ ਦੇ ਦਿੱਤਾ ਸੀ, ਅਫਸਰੀ ਛੱਡ ਦਿੱਤੀ ਹੈ, ਸੇਵਾ 'ਚ ਰਹਿਣ ਦੀ ਗੱਲ ਆਖੀ ਸੀ, ਦੱਬੇ ਕੁਚਲੇ ਲੋਕਾਂ ਦੀ ਵਕਾਲਤ ਕਰਨ ਦੀ ਗੱਲ ਆਖੀ ਸੀ ਤੇ ਹੁਣ ਉਹਨਾਂ ਨੂੰ ਵਕਾਲਤ ਦਾ ਲਾਇਸੈਂਸ ਮਿਲ ਗਿਆ। ਅੱਜ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਵਕੀਲ ਦੇ ਵਜੋਂ ਇੱਕ ਪ੍ਰੈਕਟਿਸ ਕਰਨ ਦੇ ਵਾਸਤੇ ਲਾਇਸੈਂਸ ਦੇ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਉਹਨਾਂ ਨੇ ਤਤਕਾਲ ਸਕੀਮ ਦੇ ਤਹਿਤ ਲਾਇਸੈਂਸ ਅਪਲਾਈ ਕਰ ਦਿੱਤਾ ਸੀ ਤੇ ਉਹਨਾਂ ਨੂੰ ਵਕੀਲ ਵਜੋਂ ਪ੍ਰੈਕਟਿਸ ਕਰਨ ਲਈ ਲਾਇਸੈਂਸ ਦੇਣ ਦੇ ਨਾਲ ਨਾਲ ਬਾਰ ਕੌਂਸਲ ਨੇ ਅਨੁਸ਼ਾਸਨੀ ਕਮੇਟੀ ਦਾ ਕੋਆਪਟਡ ਮੈਂਬਰ ਵੀ ਨਾਮਜ਼ਦ ਕਰ ਲਿਆ, ਬਣਾ ਲਿਆ।
ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਪੀੜਤ ਪਰਿਵਾਰ ਦਾ ਵਕੀਲ ਤਾਂ ਨਹੀਂ ਬਣ ਜਾਂਦੇ, ਕਿਉਂਕਿ ਉਹਨਾਂ ਨੂੰ ਬਹੁਤ ਕੁਝ ਪਤਾ ਹੈ, ਇਸ ਕੇਸ ਦੀਆਂ ਡੂੰਘਾਈਆਂ ਪਤਾ ਨੇ। ਜੇ ਅੱਜ ਅਦਾਲਤ ਕਹਿੰਦੀ ਹੈ ਨਾ ਕਿ ਇੱਕ ਪਾਸੜ ਸੀ, ਪੱਖਪਾਤੀ ਸੀ, ਉਹ ਹੋ ਸਕਦਾ ਫਿਰ ਹੁਣ ਇੱਕ ਧਿਰ ਦੇ ਨਾਲ ਡਟ ਕੇ ਚਟਾਨ ਵਾਂਗੂ ਖੜ ਕੇ ਦੱਸਣ ਕਿ ਆਹ ਮੇਰੇ ਕੋਲ ਸਬੂਤ ਪਏ ਹੈ ਤੇ ਜਾਂਚ ਵੀ ਕੀਤੀ ਹੈ। ਲਗਭਗ 3 ਸਾਲ ਜਾਂਚ ਕਰਦੇ ਰਹੇ, ਪੜਤਾਲ ਕਰਦੇ ਰਹੇ ਹੈ। ਹੁਣ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਿਆਸੀ ਧਿਰ ਨੂੰ ਨਹੀਂ, ਕੁੰਵਰ ਵਿਜੇ ਪ੍ਰਤਾਪ ਇਹ ਵੀ ਜਾਣਦੇ ਨੇ ਕਿ ਕੌਣ-ਕੌਣ ਉਹਨਾਂ ਨੂੰ ਡੱਕਦਾ ਸੀ, ਕੌਣ-ਕੌਣ ਉਹਨਾਂ ਨੂੰ ਧਮਕੀਆਂ ਦਿੰਦਾ ਸੀ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕੌਣ-ਕੌਣ ਕਹਿੰਦਾ ਸੀ ਕਿ ਫਲਾਣਾ ਆਪਾਂ ਛੱਡਣਾ ਹੈ। ਉਹਨਾਂ ਕੋਲ ਸਬੂਤ ਪਏ ਹੈ। ਹੋ ਸਕਦਾ ਕਿ ਉਹਨਾਂ ਨੂੰ ਆਧਾਰ ਬਣਾ ਕੇ ਹੁਣ ਪੀੜਤ ਧਿਰ ਦੇ ਵਕੀਲ ਬਣ ਕੇ ਇਸੇ ਹੀ ਅਦਾਲਤ ਦੇ ਵਿੱਚ ਅਦਾਲਤ ਨੂੰ ਦੱਸਣਗੇ ਕਿ ਮਾਨਯੋਗ ਅਦਾਲਤ ਆਹ ਕੁਝ ਹੈ ਜੋ ਮੇਰੇ ਕੋਲ ਸਬੂਤ ਪਏ ਨੇ, ਤੱਥ ਪਏ ਨੇ, ਤੇ ਹੁਣ ਦੱਸੋ ਕਿਹੜੇ ਨੂੰ ਬਚਾਉਣਾ ਤੇ ਕਿਹੜੇ ਨੂੰ ਤੁਸੀਂ ਛੱਡਣਾ ਚਾਹੁੰਦੇ ਹੋ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖੀਰ ਟੇਢੀ ਹੋਗੀ। ਜਿੰਨਾ ਸ਼ਾਇਦ ਸਿਆਸੀ ਧਿਰਾਂ ਨੂੰ ਲੱਗਦਾ ਸੀ ਕਿ ਬਚ ਜਾਾਂਗੇ ਜਾਂ ਕਿਸੇ ਨੂੰ ਬਚਾ ਲਾਂਗੇ, ਸ਼ਾਇਦ ਆਉਣ ਵਾਲੇ ਸਮੇਂ ਵਿੱਚ ਇੰਜ ਹੋਣਾ ਨਹੀਂ। ਤੇ ਅਗਲੀ ਖਬਰ ਸਿੰਘੂ ਸਰਹੱਦ ਵਾਲੇ ਪਾਸਿਓਂ ਮਿਲੀ ਹੈ। ਲਗਭਗ ਪੂਰੇ 5 ਮਹੀਨੇ ਹੋ ਗਏ ਹੁਣ ਦਿੱਲੀ ਦੀ ਸਰਹੱਦ ਤੇ ਕਿਸਾਨਾਂ ਨੂੰ ਬੈਠਿਆਂ ਨੂੰ। ਲਗਾਤਾਰ ਉੱਥੋਂ ਖਬਰਾਂ ਕਦੇ ਹਮਲੇ ਦੀਆਂ, ਕਦੇ ਮੌਤਾਂ ਦੀਆਂ, ਕਦੇ ਕੁਝ ਹੋਰ। ਵੀ ਉੱਥੋਂ ਹੀ ਖਬਰ ਮਿਲੀ ਹੈ ਕਿ ਇਸ ਮੋਰਚੇ ਤੋਂ ਪਰਤੇ ਸਨ ਰਾਜਪੁਰਾ ਦਾ ਨੇੜਲਾ ਪਿੰਡ ਚੱਕ ਕਲਾਂ। ਚੱਕ ਕਲਾਂ ਦੇ ਕਿਸਾਨ ਭਾਗ ਸਿੰਘ ਦੀ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ। ਭਾਗ ਸਿੰਘ ਚੱਕ ਕਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਸਨ। ਜਾਣਕਾਰੀ ਅਨੁਸਾਰ ਕਿਸਾਨ ਮੋਰਚੇ ਤੇ ਉਹਨਾਂ ਦੀ ਸਿਹਤ ਵਿਗੜੀ। ਉਹਨਾਂ ਨੂੰ ਲਗਭਗ 1 ਹਫ਼ਤਾ ਪਹਿਲਾਂ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਬੀਤੀ ਦੇਰ ਰਾਤ ਉਹਨਾਂ ਦੀ ਮੌਤ ਹੋ ਗਈ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੇ ਵਾਸਤੇ 10 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਅਤੇ ਇਸ ਪੀੜਤ ਪਰਿਵਾਰ ਦਾ ਸਾਰਾ ਕਰਜ਼ ਮੁਆਫ ਕਰਨ ਲਈ ਮੰਗ ਕੀਤੀ ਹੈ। ਹੁਣ ਵੇਖਦੇ ਹਾਂ ਕਿ ਸਰਕਾਰ ਇਸ ਮੰਗ ਨੂੰ ਪ੍ਰਵਾਨ ਕਰਦੀ ਹੈ ਜਾਂ ਨਹੀਂ। ਸੋ ਦੋਸਤੋ, ਇਹ ਸਨ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ, ਕੁਝ ਟਿੱਪਣੀਆਂ। ਉਮੀਦ ਕਰ ਰਿਹਾ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਸੱਚਮੁੱਚ ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ। ਇਹਦੇ ਨਾਲ ਹੀ ਤੁਹਾਡਾ ਧੰਨਵਾਦੀ ਹਾਂ। ਤੇ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।